ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼। ਚੜ੍ਹਦੀ ਸਵੇਰ ਸਤਸੰਗਤ ਦੇ ਪਲ ਅਸੀਂ ਪ੍ਰਾਪਤ ਕੀਤੇ ਨੇ। ਅੱਜ ਦਾ ਜੋ ਗੁਰਵਾਕ ਗੁਰੂ ਹੁਕਮ ਸਾਨੂੰ ਇਸ ਪਾਵਨ ਗੁਰ ਅਸਥਾਨ ਤੋਂ ਤਾਮੀਰ ਹੋ ਰਿਹਾ ਹੈ, ਉਸ ਦਾ ਪਾਠ ਅਜੇ ਹੁਣੇ ਅਸੀਂ ਸਰਵਨ ਕਰ ਰਹੇ ਸੀ। ਹੁਣ ਸਮਾਂ ਬਣਿਆ ਹੈ ਇਹਨਾਂ ਗੁਰਵਾਕਾਂ ਦੀ ਤਕਰੀਰ ਵਿਚਾਰ ਅਸੀਂ ਰਸਮੀ ਤੌਰ 'ਤੇ ਪ੍ਰਾਰੰਭ ਕਰੀਏ। ਆਓ ਸਭ ਤੋਂ ਪਹਿਲਾਂ ਦਾਸ ਦੁਆਰਾ ਬੁਲਾਈ ਗਈ ਫਤਿਹ ਪ੍ਰਵਾਨ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਵਾਕ ਰਾਗ ਬਿਹਾਗੜਾ ਵਿੱਚ ਆ ਰਿਹਾ ਹੈ। ਸਮੁੱਚਾ ਸਿਰਨਾਵਾ ਹੈ ਰਾਗ ਬਿਹਾਗੜਾ, ਛੰਤ ਮਹਲਾ ਚੌਥਾ, ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਿਹਾਗੜਾ ਰਾਗ ਵਿੱਚ ਛੰਤ ਸਰੂਪ ਬਾਣੀ ਦੀ ਬਣਤਰ ਆ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਵ ਰੂਪ ਹੈ, ਪੋਇਟਿਕ ਸਿਸਟਮ ਵਿੱਚ ਆ ਰਹੀ ਹੈ, ਅਤੇ ਕਾਵ ਕਿਆਰੇ ਕਿਸੇ ਨਾ ਕਿਸੇ ਨਿਮਾਵਲੀ ਦੇ ਵਿੱਚ, ਜਿਹਨੂੰ ਕਹਿ ਲਓ ਕਿ ਗ੍ਰਾਮੈਟੀਕਲ ਸਟਰਕਚਰ 'ਚ ਆ ਰਹੇ ਨੇ। ਕਿਤੇ ਅਸੀਂ ਸ਼ਬਦਾਂ ਨੂੰ ਪੜ੍ਹਦੇ ਹਾਂ, ਕਿਤੇ ਅਸੀਂ ਵਾਰਾਂ ਦੇ ਰੂਪਾਂ ਨੂੰ ਪੜ੍ਹਦੇ ਹਾਂ। ਇਹਨਾਂ ਹੀ ਵੰਨਗੀ ਦੇ ਵਿੱਚ ਇੱਕ ਛੰਤ ਰੂਪ ਹੈ। ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਛੰਤਾਂ ਵਿੱਚ ਹੈ। ਛੰਤ ਦਾ ਇੱਕ ਲਮੇਰਾ ਸ਼ਬਦ ਹੁੰਦਾ ਆ। ਇਹਦੇ ਮੌਲਿਕ ਰੂਪ ਵਿੱਚ ਮੋਸਟਲੀ 4 ਪਦੇ ਹੁੰਦੇ ਨੇ। ਐਕਸੈਪਸ਼ਨਲ ਵੀ ਐਗਜ਼ਾਮਪਲਸ ਮਿਲਦੀਆਂ ਨੇ ਸਾਨੂੰ, ਲਮੇਰੇ ਛੰਤ ਵੀ ਨੇ, ਪਰ ਮੌਲਿਕ 4 ਪਦਿਆਂ ਦੇ ਛੰਤ ਸਾਨੂੰ ਪ੍ਰਾਪਤ ਹੁੰਦੇ ਨੇ। ਇਹ ਵੀ ਜੋ ਸ਼ਬਦ ਹੈ 4 ਪਦਿਆਂ ਦਾ ਛੰਤ ਹੈ। ਮਹਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਨਾਨਕ ਜੋਤ ਦਾ ਚੌਥਾ ਜਾਮਾ, ਚੌਥੇ ਜਾਨਸ਼ੀਨ ਇਸ ਬਚਨ ਨੂੰ ਉਚਾਰ ਰਹੇ ਨੇ। ਕਰ ਪਹਿਲਾ ਗਾਇਨ ਕਰਨ ਵਾਸਤੇ ਹਿਦਾਇਤੀ ਸੰਕੇਤ ਨੇ ਗੰਧਰਵ ਸਾਹਿਬਾਨ ਵਾਸਤੇ ਕਿ ਜਦੋਂ ਇਸ ਬਚਨ ਨੂੰ ਬਿਹਾਗੜਾ ਵਿੱਚ ਗਾਇਆ ਜਾਏ, ਤਾਲ ਮੁਜਬ ਥਾਪ ਲਈ, ਜਿਹਨੂੰ ਅਸੀਂ ਰਿਦਮ ਕਹਿੰਦੇ ਹਾਂ, ਉਹਦੇ ਵਾਸਤੇ ਪਹਿਲੇ ਕਰ ਨੂੰ ਪ੍ਰਯੋਗ ਵਿੱਚ ਰੱਖਣਾ ਹੈ। ਇਸ਼ਟ ਦਾ ਮੰਗਲ ਹੈ ਮੂਲ ਮੰਤਰ ਦਾ ਸੰਕਸ਼ਿਪਤ ਸਰੂਪ, ਜੋ ਕਿ ਸੈਂਕੜੇ ਵਾਰ ਬਾਣੀ ਵਿੱਚ ਆਉਂਦਾ। ਇੱਕ ਓਂਕਾਰ, ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓਂਕਾਰ ਹੈ ਅਵਿਥ ਇੱਕ ਰਸ, ਲਗਾਤਾਰਤਾ ਨਾਲ ਵਿਆਪ ਰਿਹਾ ਹੈ। ਮੁਰਾਦ ਇਹੋ ਹੀ ਹੈ, ਉਹ ਸਰਵਸਵ ਹਸਤੀ ਜੋ ਸਤ ਸਰੂਪ ਹੈ, ਜੋ ਸਭ ਕਾਸੇ ਨੂੰ ਬਣਾ ਰਹੀ ਹੈ, ਸਭ ਕਾਸੇ ਨੂੰ ਆਪਣੇ ਵਿੱਚ ਅਮਾ ਰਹੀ ਹੈ, ਜਿਹਦਾ ਅਸਲ ਵਿੱਚ ਹੁਕਮ ਚੱਲਦਾ, ਉਹ ਓਂਕਾਰ ਹੈ। ਅਸੀਂ ਓਂਕਾਰ ਵਿੱਚੋਂ ਆਏ ਹਾਂ, ਓਂਕਾਰ ਵਿੱਚ ਹੀ ਸਮਾ ਜਾਣਾ ਹੈ। ਓਂਕਾਰ ਹੀ ਅਸਲ ਸਰਵ ਸ਼ਕਤੀ ਹੈ, ਜਿਹੜੀ ਸਾਨੂੰ ਸਭ ਨੂੰ ਇਸ ਰੂਪ ਦੇ ਹੋਂਦ 'ਚ ਲਿਆਉਂਦੀ ਹੈ। ਮਗਰ ਇਸ ਓਂਕਾਰ ਸ਼ਕਤੀ ਦੇ ਬਾਰੇ, ਓਂਕਾਰ ਐਸਾ ਜੋ ਇਹ ਸਭ ਰੂਪ ਵਿੱਚ ਵਜੂਦ ਰੂਪ ਪ੍ਰਾਪਤ ਕਰਕੇ ਬੈਠਾ ਆ, ਉਹਦੇ ਬਾਰੇ ਮਨੁੱਖ ਚੇਤਨ ਨਹੀਂ ਗਾ, ਕੌਨਸ਼ੀਅਸ ਨਹੀਂ ਹੈਗਾ। ਉਹਨੂੰ ਕੌਨਸ਼ੀਅਸ ਲੈਵਲ 'ਤੇ ਕਿਵੇਂ ਲਿਆਂਦਾ ਜਾਏ? ਤੇ ਸਾਹਿਬ ਨੇ ਕਿਹਾ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਬਖਸ਼ਿਸ਼। ਜੋ ਸੱਚੇ ਗੁਰੂ ਦੀ ਨਵਾਜ਼ਿਸ਼ ਆ, ਉਹ ਸਾਨੂੰ ਇਸ ਕਾਬਲ ਬਣਾਏਗੀ ਅਸੀਂ ਓਂਕਾਰ ਨੂੰ ਐਕਸਪੀਰੀਅੰਸ ਕਰ ਸਕੀਏ, ਉਹਦੀ ਹੋਂਦ ਨੂੰ ਮਾਣ ਸਕੀਏ। ਇਹ ਮੂਲ ਮੰਤਰ ਦਾ ਸੰਕਸ਼ਿਪਤ ਸਰੂਪ ਹੈ, ਇਸ਼ਟ ਦਾ ਮੰਗਲ ਹੈ। ਅੱਗੇ ਵਾਕ ਪ੍ਰਾਰੰਭ ਹੋ ਰਿਹਾ ਹੈ। ਗੁਰੂਦੇਵ ਕਹਿ ਰਹੇ ਨੇ, ਹਰ ਹਰ ਨਾਮ ਧਿਆਈ ਹੈ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਹਰ ਹਰ ਨਾਮ ਧਿਆਈ ਹੈ ਮੇਰੀ ਜਿੰਦੜੀਏ, ਮੇਰੀ ਜਿੰਦੜੀਏ। ਜੇ ਫਿਰ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ ਗੁਰਬਾਣੀ ਫਿਰ ਆਪਣੇ ਆਪ ਨੂੰ ਐਡਰੈਸ ਕਰਨ ਦੀ ਪ੍ਰੇਰਣਾ ਦੇ ਰਹੀ ਹੈ। ਮੇਰੀ ਜਿੰਦੜੀਏ, ਓ ਮਾਈ ਲਾਈਫ ਇਸ ਰੂਪ ਵਿੱਚ ਲੈ ਲਓ। ਓ ਮਾਈ ਸੋਲ ਇਸ ਰੂਪ ਵਿੱਚ ਲੈ ਲਓ। ਆਪਣੀ ਸੋਲ ਨੂੰ, ਆਪਣੀ ਜਿੰਦ ਨੂੰ, ਆਪਣੇ ਆਪ ਨੂੰ ਆਵਾਜ਼ ਦਿੱਤੀ ਜਾ ਰਹੀ ਹੈ। ਅਤੇ ਆਪਣੇ ਆਪ ਨਾਲ ਗੱਲ ਕਰਦਿਆਂ ਹੋਇਆਂ, ਆਪਣੀ ਜਿੰਦ ਨੂੰ ਆਵਾਜ਼ ਦਿੰਦਿਆਂ, ਮੁਰਾਦ ਇਹੋ ਹੀ ਹੈ
ਕਿ ਬੰਦਾ ਆਪਣੀ ਸੁਰਤ ਨੂੰ ਮਨਫੀ ਨਾ ਕਰੇ, ਬਲਕਿ ਜੋ ਜੀਵਨ ਦੀ ਹੋਂਦ ਆ ਇਸ ਨੂੰ ਸਹੀ ਰੂਪ ਵਿੱਚ ਅਹਿਸਾਸੇ ਕਿ ਮੈਂ ਧਰਤੀ ਤੇ ਹਾਂ ਤੇ ਇਸ ਧਰਤੀ ਤੇ ਹੋਣ ਦਾ ਕੋਈ ਮਕਸਦ ਹੈ। ਗੁਰਦੇਵੇ ਦੀ ਬਾਤ ਕਰਦੇ ਹੋ, ਮੇਰੀ ਜ਼ਿੰਦੜੀਏ ਇਹਨੂੰ ਦੇਖ, ਇਹਨੂੰ ਐਕਸਪੀਰੀਅੰਸ ਕਰ। ਕਿਆ ਹਰ ਹਰ ਨਾਮ ਧਿਆਈ ਹੈ, ਉਹ ਮੇਰੀ ਜਿੰਦ ਹਰੀ ਦਾ ਨਾਮ ਧਿਆ। ਹੁਣ ਹਰੀ ਦਾ ਨਾਮ ਧਿਆਉਣ ਦਾ ਆਸ਼ਾ ਇਸ ਤਰ੍ਹਾਂ ਆ ਕਿ ਜ਼ਿੰਦਗੀ ਨੂੰ ਜੋ ਕਰਤਾਰ ਨੇ ਇਹ ਸਮਾਂ ਦਿੱਤਾ, ਜੋ ਇਹ ਮੌਕਾ ਦਿੱਤਾ, ਇਹਦੇ ਵਿੱਚ ਕੁਝ ਨਾ ਕੁਝ ਚੀਜ਼ ਤੇ ਕਸ਼ਿਸ਼ ਕਰੇਗੀ ਸਾਡੇ ਵਾਸਤੇ, ਕੋਈ ਨਾ ਕੋਈ ਚੀਜ਼ ਤੇ ਸਾਨੂੰ ਅਟਰੈਕਟ ਕਰੇਗੀ। ਮੋਸਟਲੀ ਜਿਹੜਾ ਮਟੀਰੀਅਲਿਸਟਿਕ ਵਰਲਡ ਹੈ, ਜਿਹਨੂੰ ਅਸੀਂ ਪਦਾਰਥਕ ਦੁਨੀਆ ਕਹਿੰਦੇ ਆ, ਇਹਦਾ ਜਿਹੜਾ ਤਿਲਸਮ ਆ, ਇਹਦੀ ਜਿਹੜੀ ਬਹਿਰੂਨੀ ਚਮਕ ਆ, ਇਹ ਬਹੁਤ ਜ਼ੋਰਾਵਰ ਆ ਤੇ ਬੰਦੇ ਦੀਆਂ ਅੱਖਾਂ ਚੁੰਧਿਆ ਦਿੰਦੀ ਹੈ। ਬੰਦਾ ਉਹਨਾਂ ਚਮਕ ਦਮਕ ਵਿੱਚ ਗਵਾਚ ਜਾਂਦਾ। ਨਾਮ ਇਸ ਚਮਕ ਦਮਕ ਨੂੰ ਰੋਕ ਕੇ ਸਾਨੂੰ ਸਹੀ ਟਿਕਾਣੇ ਸਾਡੀ ਸੁਰਤ ਨੂੰ ਲੈ ਕੇ ਜਾਂਦਾ, ਜਿਹਦੇ ਵਿੱਚ ਸਾਡੀ ਜ਼ਿੰਦਗੀ ਦੇ ਅਸੂਲ ਨੇ, ਐਥਿਕਸ ਨੇ, ਜਿਹਦੇ ਵਿੱਚ ਸਾਡੀ ਜ਼ਿੰਦਗੀ ਦਾ ਸੁਚੱਜਾ ਵੇਰਵਾ ਆ। ਗੁਰੂ ਬਾਬਾ ਜੀ ਬਿਆਨ ਕਰਦੇ, ਐ ਮੇਰੀ ਜਿੰਦ ਤੂੰ ਨਾਮ ਨਾਲ ਜੁੜ। ਇਹਨੂੰ ਸਿੰਪਲ ਲੈਵਲ ਤੇ ਕਿਹਾ ਜਾਏ ਕਿ ਵਾਹਿਗੁਰੂ ਦੇ ਅਹਿਸਾਸ ਨੂੰ ਆਪਣੇ ਅੰਦਰ ਪਾਇਆ ਜਾਏ, ਉਹਦਾ ਨਾਮ ਜਪਿਆ ਜਾਏ, ਉਹਦੇ ਖਿਆਲਾਂ ਨੂੰ ਆਪਣੇ ਜੀਵਨ ਵਿੱਚ ਪਾ ਲਿਆ ਜਾਏ। ਇਹ ਸਭ ਨਾਮ ਆ। ਬਚਨ ਆਇਆ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਅਮੋਲੇ ਜਿਹਦਾ ਕੋਈ ਮੁੱਲ ਨਹੀਂ ਪਾ ਸਕਦਾ, ਅਵੈਲੂਏਸ਼ਨ ਨਹੀਂ ਹੋ ਸਕਦੀ, ਕਿਉਂਕਿ ਜਿਹੜੀ ਨਾਮ ਦੀ ਦਾਤ ਆ, ਇਸ ਨੂੰ ਅਸੀਂ ਕਿਸ ਤਰੀਕੇ ਨਾਲ ਪਰਖਾਂਗੇ, ਕਿਸ ਤਰੀਕੇ ਨਾਲ ਗੋਖਾਂਗੇ, ਜਾਂ ਅਲਟੀਮੇਟਲੀ ਸਾਡੇ ਕੋਲ ਕੋਈ ਮੈਜਰਮੈਂਟ ਵੀ ਨਹੀਂ ਕਿ ਇਹ ਸਾਡੇ ਜੀਵਨ ਦੇ ਵਿੱਚ ਕੀ ਪ੍ਰਭਾਵ ਪਾ ਸਕਦਾ ਆ, ਕਿਸ ਕਿਸਮ ਦੇ ਨਾਲ ਸਾਡੇ ਜੀਵਨ ਦੀ ਉਸਾਰੀ ਕਰ ਸਕਦਾ ਆ। ਬਾਬਾ ਕਬੀਰ ਜੀ ਨੇ ਕਿਸੇ ਜਗ੍ਹਾ ਬੜਾ ਸੁੰਦਰ ਬਿਆਨ ਕੀਤਾ, ਕਹਿੰਦੇ ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਮਤ ਖੋਲ। ਕਿਹਾ ਜਦੋਂ ਇਸ ਰੱਬੀ ਅਹਿਸਾਸ 'ਚ ਸੁਰਤ ਜਾਵੇ ਨਾ, ਤੇ ਬੰਦਾ ਇਹਦਾ ਬਹੁਤਾ ਬਖਾਣ ਵੀ ਨਹੀਂ ਕਰ ਸਕਦਾ। ਆਲੇ ਦੁਆਲੇ ਕੀ ਦੱਸੇਗਾ ਕਿਸੇ ਨੂੰ, ਤੇ ਕੀ ਕੋਈ ਸਮਝੇਗਾ ਇਸ ਨੂੰ। ਕਿਆ ਕਬੀਰਾ ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਮਤ ਖੋਲ, ਨ ਪੱਟਣ ਨ ਪਾਰਖੂ ਨ ਗਾਹਕ ਨ ਮੋਲ। ਨਾ ਤੇ ਇਹਦਾ ਕੋਈ ਪੱਟਣ ਹੈ, ਪੱਟਣ ਕਹਿੰਦੇ ਨੇ ਮੰਡੀ ਨੂੰ, ਕੋਈ ਮੰਡੀ ਨਹੀਂ ਲੱਗਦੀ ਇਹਦੀ। ਨ ਗਾਹਕ, ਇਹਦਾ ਕੋਈ ਗਾਹਕ ਵੀ ਨਹੀਂ। ਨ ਮੋਲ, ਇਹਦੀ ਕੋਈ ਮੁੱਲ ਵਟਾਈ ਵੀ ਨਹੀਂ ਹੋ ਸਕਦੀ। ਮੁਰਾਦ ਇਹੀ ਹੈ ਕਿ ਇੱਕ ਐਸੀ ਸਟੇਟ ਆਫ ਮਾਈਂਡ ਆ ਜਿਸ ਨੂੰ ਅਸੀਂ ਕੁਝ ਸੁਚੱਜੇ ਵਿਚਾਰਾਂ ਦੇ ਜ਼ਰੀਏ, ਖਿਆਲਾਂ ਦੇ ਜ਼ਰੀਏ, ਜਿਸ ਨੂੰ ਗੁਰਮਤਿ ਗਾੜੀ ਰਾਹ, ਸ਼ਬਦ ਦਾ ਰਾਹ ਅਸੀਂ ਕਹਿੰਦੇ ਹਾਂ, ਉਸ ਜ਼ਰੀਏ ਅਸੀਂ ਅਟੇਨ ਕਰਦੇ ਹਾਂ, ਅਰਨ ਕਰਦੇ ਹਾਂ। ਪਰ ਅਲਟੀਮੇਟਲੀ ਜੋ ਅਸੀਂ ਉਹਦੇ ਵਿੱਚੋਂ ਪ੍ਰਾਪਤ ਕਰਦੇ ਹਾਂ, ਉਹਨੂੰ ਸਭ ਅਸੀਂ ਨਾ ਨਾਪ ਤੋਲ ਸਕਦੇ ਹਾਂ, ਨਾ ਉਹਨੂੰ ਬਖਾ ਨਹੀਂ ਕਰ ਸਕਦੇ। ਇਸ ਨੂੰ ਅਮੋਲੋ ਨਾਮ ਕਿਹਾ ਆ। ਮਹਾਰਾਜ ਕਹਿੰਦੇ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਗੁਰੂ ਵੱਲ ਮੂੰਹ ਕਰੇਗਾ, ਇਹ ਅਮੋਲਕ ਨਾਮ, ਇਹ ਅਮੋਲਕ ਦਾਤ ਤੇਰੀ ਝੋਲੀ ਵਿੱਚ ਪਏਗੀ। ਇਸ ਚੀਜ਼ ਦਾ ਤੂੰ ਪ੍ਰਾਪਤ ਕਰਨ ਵਾਲਾ ਬਣ ਸਕੇਗਾ। ਹਰ ਰਸ ਵਿਧਾ ਹਰ ਮਨ ਪਿਆਰਾ, ਮਨ ਹਰ ਰਸ ਨਾਮ ਚਕੋਲੇ ਰਾਮ। ਕਿਆ ਹਰ ਰਸ ਵਿਧਾ, ਜਿਹੜੀ ਚੀਜ਼ ਕੋਈ ਸਾਨੂੰ ਬਹੁਤ ਜ਼ਿਆਦਾ ਅਟਰੈਕਟ ਕਰ ਜਾਏ, ਜਾਂ ਇਸ ਤੇ ਕਹਿ ਲਓ ਕਿ ਵਿੰਨ ਜਾਏ, ਅੰਦਰ ਸਾਡੇ ਨੂੰ ਜਿਹੜਾ ਹੈਗਾ ਘਰ ਘਰ ਜੇ ਸਾਡੇ ਅੰਦਰ, ਜਿਹੜਾ ਹਰੀ ਨਾਮ ਦਾ ਰਸ ਆ ਜਦੋਂ ਘਰ ਘਰ ਜਾਏ। ਇਸ ਤਰ੍ਹਾਂ ਜਾਣੋ ਕਿ ਚੰਗੀਆਂ ਚੀਜ਼ਾਂ ਸੁਣਦੇ ਹਾਂ, ਚੰਗੀਆਂ ਗੱਲਾਂ ਕਰਦੇ ਹਾਂ, ਚੰਗੀਆਂ ਗੱਲਾਂ, ਚੰਗੀਆਂ ਚੀਜ਼ਾਂ ਸਾਨੂੰ ਸੁਣ ਕੇ ਚੰਗਾ ਮਹਿਸੂਸ ਹੁੰਦਾ ਆ। ਜੇ ਬੰਦੇ ਨੂੰ ਕਿਹਾ ਜਾਏ ਬੰਦਾ ਜਿਹੜਾ ਆ ਉਹ ਜੀ ਸੱਚ ਬੋਲੇ, ਬੰਦਾ ਬੜਾ ਓਨੈਸਟ ਹੋਏ, ਸਭ ਨਾਲ ਪਿਆਰ ਨਾਲ ਵਰਤੇ, ਸਭ ਦੇ ਭਲੇ ਦੀਆਂ ਗੱਲਾਂ ਕਰੇ, ਬੜੀ ਚੰਗੀ ਚੀਜ਼ ਆ ਉਸ ਰੂਪ ਦੇ ਵਿੱਚ। ਪਰ ਇਹ ਸਭ ਹੈਗਾ ਜ਼ਬਾਨ ਦਾ ਹੀ ਜਮ੍ਹਾਂ ਖਰਚਾ ਹੈ।
ਜਦੋਂ ਅਮਲ ਦੀ ਗੱਲ ਆਉਂਦੀ ਉਦੋਂ ਇਹ ਚੀਜ਼ ਅਪੀਲ ਨਾ ਕਰਦੀ ਬੰਦੇ ਨੂੰ। ਜੇ ਹੁੰਦੀ ਤੇ ਗੁਰੂ ਬਾਬਾ ਜੀ ਕਦੀ ਨਾ ਲਿਖਦੇ ਗੱਲਾਂ ਅਸੀਂ ਚੰਗੀਆਂ ਆਚਾਰ ਹੀ ਬੁਰੀਆਂ। ਗੱਲਾਂ ਤੇ ਬਹੁਤ ਪਿਆਰੀਆਂ ਨੇ, ਪਰ ਜਦੋਂ ਗੱਲ ਆਚਾਰ ਦੀ ਆਉਂਦੀ, ਵਿਹਾਰ ਦੀ ਆਉਂਦੀ, ਉਦੋਂ ਬੰਦਾ ਥੁੜਕ ਜਾਂਦਾ, ਟੁੱਟ ਜਾਂਦਾ। ਜਿਹੜੀ ਆਹ ਗੱਲ ਲਿਖੀ ਨਾ, ਹਰ ਰਸ ਬੀਧਾ, ਹਰ ਚੀਜ਼ ਦਾ ਇੱਕ ਰਸ ਹੈ। ਇਸ ਤਰ੍ਹਾਂ ਜਾਣੋ ਜਿਵੇਂ ਖੁਰਾਫਾਤ ਹੈ, ਖੁਰਾਫਾਤੀਅਤ ਜਿਹਨੂੰ ਅਸੀਂ ਬੜਾ ਨੋਟੋਰੀਅਸ ਹੋਣਾ ਕਹਿੰਦੇ ਹਾਂ, ਨੋਟੀਨੈਸ ਜਿਹੜੀ ਹੈ, ਇਹ ਮਨ ਦਾ ਸੁਭਾਅ ਆ। ਤੁਸੀਂ ਬੱਚਿਆਂ ਨੂੰ ਕਦੀ ਦੇਖਿਆ ਹੋਏਗਾ, ਬੱਚੇ ਨੂੰ ਕੋਈ ਸਵਾਰਨ ਵਾਲਾ ਕੰਮ ਕਰਨ ਲਈ ਕਹਿ ਦਿਓ, ਨਹੀਂ ਕਰ ਪਾਏਗਾ ਉਹ। ਉਸ ਨੂੰ ਕੋਈ ਵਿਗਾੜਨ ਵਾਲਾ ਕੰਮ ਕਹਿ ਦਿਓ, ਕਿਸੇ ਚੀਜ਼ ਨੂੰ ਤੋੜਨਾ ਹੋਏ, ਈਵਨ ਨਾ ਵੀ ਕਹੋ, ਕਿਤੇ ਕੁਝ ਖਰਾਬ ਕਰਨਾ ਆ, ਰਾਈਟ ਵੇ ਕਰਨ ਲੱਗ ਜਾਏਗਾ ਉਹ ਉਸੇ ਵਕਤ ਹੀ। ਰੀਜ਼ਨ ਕੀ ਹੈ? ਉਸ ਨੂੰ ਕਿਹਾ ਕੋਈ ਤੂੰ ਮੇਰੇ ਨਾਲ ਕਿਸੇ ਚੀਜ਼ ਨੂੰ ਸਵਾਰਨ ਵਾਸਤੇ, ਸਾਫ਼ ਕਰਨ ਵਾਸਤੇ, ਕੁਝ ਕ੍ਰੀਏਟਿਵ ਕੰਮ ਕਰਨ ਵਾਸਤੇ ਮਦਦ ਕਰ, ਉਹ ਕਹਿੰਦਾ ਨੋ ਆਈ ਕੈਨ ਨੋਟ ਡੂ ਇਟ। ਪਰ ਜਿੱਥੇ ਡਿਸਟਰੈਕਸ਼ਨ ਕ੍ਰੀਏਟ ਕਰਨੀ ਹੈ ਉੱਥੇ ਬੜਾ ਵਧੀਆ ਲੱਗ ਰਿਹਾ ਉਹਦਾ। ਰੀਜ਼ਨ ਇਹ ਉਹਨੂੰ ਰਸ ਪ੍ਰਾਪਤ ਹੁੰਦਾ ਉਹਦੇ ਵਿੱਚ। ਜਿਹੜੀ ਡਿਸਟਰੈਕਸ਼ਨ ਕ੍ਰੀਏਟ ਕਰਨੀ ਹੈ, ਜਿਹੜੀ ਡਿਸਟਰਬੈਂਸ ਕ੍ਰੀਏਟ ਕਰਨੀ ਹੈ, ਜਿਹੜੀ ਬੈਡ ਅਟੈਂਸ਼ਨ ਬਾਏ ਕਰਨੀ, ਉਹ ਚੰਗੀ ਲੱਗਦੀ ਉਹਨੂੰ। ਇਹ ਸਾਡੀ ਸੰਸਾਰਕ ਤੌਰ 'ਤੇ ਅਸਲ ਹਾਲਤ ਹੈ। ਸਾਨੂੰ ਕੂੜ ਵਿੱਚੋਂ, ਕੁਚੱਜ ਵਿੱਚੋਂ, ਕੁਮੱਤ ਵਿੱਚੋਂ, ਕੁਸੱਤ ਵਿੱਚੋਂ ਰਸ ਪ੍ਰਾਪਤ ਹੁੰਦਾ। ਤੇ ਜਦੋਂ ਮਨੁੱਖ ਇਹਦੇ ਵਿੱਚੋਂ ਰਸ ਪ੍ਰਾਪਤ ਕਰੇ, ਫਿਰ ਸੱਤ ਦਾ ਰਸ ਕਿਵੇਂ ਮਿਲੇ? ਫਿਰ ਸਹੀ ਦਾ ਰਸ ਕਿਵੇਂ ਮਿਲੇ? ਸਹੀ ਦਾ ਰਸ ਤੇ ਉਸ ਨੂੰ ਫਿਰ ਅਪੀਲ ਹੀ ਨਹੀਂ ਕਰਦਾ। ਕਿਤੇ ਕਰਤਾਰ ਤਰੁੱਠੇ, ਗੁਰੂ ਵੱਲ ਮੂੰਹ ਹੋ ਜਾਏ, ਜਿਹਦੀ ਬਾਤ ਕੀਤੀ ਕਿ ਗੁਰਮੁਖ ਨਾਮ ਅਮੋਲੇ ਰਾਮ, ਇੱਕ ਅਮੋਲਕ ਦਾਤ ਮਿਲ ਜਾਏ। ਤੇ ਸਭ ਕਹਿੰਦੇ ਹਰ ਰਸ ਬੀਧਾ। ਫਿਰ ਜਾਣੋ ਉਹ ਨਾਮ ਰਸ ਵਾਲੀ ਦਾਤ ਜਿਹੜੀ ਹੈ ਉਹ ਵਿੰਨ ਜਾਂਦੀ, ਅੰਦਰ ਘਰ ਘਰ ਜਾਂਦੀ। ਚੰਗਾ ਕਰਕੇ ਵੀ ਖੁਸ਼ੀ ਮਿਲਦੀ, ਚੰਗਾ ਹੋ ਕੇ ਵੀ ਜੀਵਨ ਦੇ ਵਿੱਚ ਚੜ੍ਹਦੀ ਕਲਾ ਦਾ ਸੰਕਲਪ ਆਉਂਦਾ। ਇਹ ਰੂਪ ਜਿਹੜੀ ਹੈ ਇਹਦੀ ਬਾਤ ਕੀਤੀ ਗਈ। ਹਰ ਰਸ ਬੀਧਾ, ਹਰ ਮਨ ਪਿਆਰਾ। ਤੇ ਹਰੀ ਮਨ ਦੀ ਦੁਨੀਆ ਦੇ ਵਿੱਚ ਪਿਆਰਾ ਲੱਗਣਾ ਸ਼ੁਰੂ ਹੋ ਜਾਏ। ਮਨ ਹਰ ਰਸ ਨਾਮ ਝਕੋਲੇ ਰਾਮ। ਮਨ ਹਰ ਰਸ ਨਾਮ ਝਕੋਲੇ ਮਤਲਬ ਕਿਸੇ ਚੀਜ਼ ਨੂੰ ਜਿਵੇਂ ਫਲ ਪ੍ਰਾਪਤ ਕਰਨਾ ਕਿਸੇ ਚੀਜ਼ ਦਾ। ਮਤਲਬ ਇਸ ਤਰ੍ਹਾਂ ਜਾਣੋ, ਆਪਾਂ ਦੁੱਧ ਰਿੜਕਦੇ ਹਾਂ ਤੇ ਦੁੱਧ ਰਿੜਕਣਾ ਇੱਕ ਲੰਮੀ ਕਿਰਿਆ ਆ, ਤੇ ਅਖੀਰ ਉਹਦਾ ਝਕੋਲ ਕੀ ਹੋਏਗਾ, ਫਲ ਕੀ ਹੋਏਗਾ? ਮੱਖਣ। ਇਹ ਰੂਪ ਆ ਇੱਥੇ ਕਿਹਾ। ਜਦੋਂ ਮਨ ਹਰ ਰਸ ਨਾਮ ਝਕੋਲੇ, ਇਸ ਰਸ ਵਾਲੀ ਫੀਲਿੰਗ ਦਾ ਅਲਟੀਮੇਟ ਜਿਹੜੀ ਮੰਜ਼ਿਲੇ ਮਕਸੂਦ ਆ, ਉਹ ਨਾਮ ਤੇ ਨਾਮੀ ਦੀ ਸਾਂਝ ਆ। ਜਿੱਥੇ ਜਾ ਕੇ ਬੰਦੇ ਨੂੰ ਅਹਿਸਾਸ ਹੋਏਗਾ ਕਿ ਵਾਕਿਆ 'ਚ ਹੀ ਮੈਂ ਕਰਤਾਰ ਵਿੱਚੋਂ ਆਇਆ ਤੇ ਕਰਤਾਰ ਵਿੱਚ ਹੀ ਮਾ ਜਾਣਾ ਹੈ। ਉਹਦੇ ਲਈ ਜਿਹੜੀ ਅਲਟੀਮੇਟ ਰਿਐਲਿਟੀ ਹੈ, ਜਿਹਨੂੰ ਸਚਿਆਰ ਹੋਣਾ ਕਹਿੰਦੇ ਆ, ਉਹ ਸਮਝ ਆ ਜਾਂਦਾ ਉਹਨੂੰ। ਉਹ ਫਿਰ ਸੱਚਖੰਡ ਦੀ ਸੁਰਤ ਨੂੰ ਮਾਣਦਾ ਆ। ਉਹ ਫਿਰ ਧਰਤੀ ਦੇ ਉੱਤੇ ਫਾਰ ਏ ਟਾਈਮ ਬੀਇੰਗ ਜੋ ਕੁਝ ਵਾਪਰਦਾ, ਜੋ ਕੁਝ ਹੁੰਦਾ, ਉਹਦੇ 'ਚ ਬਹੁਤਾ ਗਲਤਾਨ ਨਾ ਹੁੰਦਾ। ਉਹਦੀ ਨਜ਼ਰ ਫਿਰ ਬੜੀ ਦੁਰੇਡੀ ਹੋ ਜਾਂਦੀ, ਉਹ ਫਿਰ ਦੂਰ ਨਿਗਾਹਬਾਨ ਹੋ ਜਾਂਦਾ। ਉਹਦੀ ਬਾਤ ਕੀਤੀ ਗਈ ਕਿ ਮਨ ਹਰ ਰਸ ਨਾਮ ਝਕੋਲੇ ਰਾਮ, ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ, ਅੰਤ ਨਾ ਕਾਹੂ ਡੋਲੇ ਰਾਮ। ਗੁਰਮਤ ਮਨ ਠਹਿਰਾਈਐ, ਜਦੋਂ ਗੁਰੂ ਕੀ ਮਤ ਦੇ ਜ਼ਰੀਏ ਮਨ ਵਿੱਚ ਟਿਕਾ ਪੈਦਾ ਹੋ ਜਾਏ। ਇਸ ਨੂੰ ਹੋਰ ਇਸ ਤਰੀਕੇ ਨਾਲ ਜਾਣਨਾ ਕਿ ਮਨ ਨੂੰ ਕੋਈ ਨਾ ਕੋਈ ਤੇ ਪ੍ਰਭਾਵਿਤ ਕਰੇਗਾ, ਕਿਉਂਕਿ ਮਨ ਦਾ ਤਸੱਵੁਰ ਜਿਹੜਾ ਇਸ ਤਰ੍ਹਾਂ ਹੁੰਦਾ ਆ, ਜਿਵੇਂ ਕੋਈ ਪਾਣੀ ਦਾ ਸੋਮਾ ਆ, ਤੇ ਪਾਣੀ ਦੇ ਸੋਮੇ ਦੇ ਵਿੱਚ ਜਿਹੜੀ ਚੀਜ਼ ਉਹਦੇ ਉੱਤੇ ਆਵੇਗੀ, ਉਹਦੀ ਪਰਛਾਈ ਉਹਦੇ 'ਚੋਂ ਪ੍ਰਾਪਤ ਹੋ ਜਾਏਗੀ। ਜੇ ਬੱਦਲ ਆ ਰਹੇ ਨੇ ਤੇ ਬੱਦਲਾਂ ਦੀ ਪਰਛਾਈ ਰਿਫਲੈਕਟ ਕਰ ਰਿਹਾ ਉਹ। ਜੇ ਸੂਰਜ ਆ ਰਿਹਾ ਤੇ ਸੂਰਜ ਦੀ ਪਰਛਾਈ ਰਿਫਲੈਕਟ ਕਰ ਰਿਹਾ। ਜੇ ਚੰਦਰਮਾ ਆ ਰਿਹਾ ਤੇ ਚੰਦਰਮਾ ਦੀ ਜਿਹੜੀ ਹੈ ਉਸ ਰੂਪ ਵਿੱਚ ਉਹਦੀ ਪਰਛਾਈ, ਉਹਦਾ ਪ੍ਰਤੀਬਿੰਬ ਜਿਹੜਾ ਆ ਉਹ ਰਿਫਲੈਕਟ ਹੋ ਰਿਹਾ। ਜਿਹੜੀ ਚੀਜ਼ ਮਨ ਦੇ ਉੱਤੇ ਛਾ ਜਾਏ, ਪ੍ਰਭਾਵ ਪਾਏ, ਮਨ ਉਸੇ ਕਿਸਮ ਦੇ ਨਾਲ ਰਿਫਲੈਕਟ ਕਰਨਾ ਸ਼ੁਰੂ ਕਰ ਦੇਗਾ। ਤੇ ਇਹ ਜਿਹੜੀ ਅਸੀਂ ਚੀਜ਼ ਕਹਿ ਰਹੇ ਹਾਂ ਕਿ ਮਨ ਜਿਸ ਚੀਜ਼ ਦੇ ਪ੍ਰਭਾਵ ਹੇਠ ਆ ਜਾਏ, ਉਹੀ ਸਾਡੀ ਮੱਤ ਬਣ ਜਾਂਦੀ ਹੈ, ਸਾਡੀ ਰਾਏ ਬਣ ਜਾਂਦੀ ਹੈ। ਮੱਤ ਦਾ ਮਤਲਬ ਰਾਏ ਵੀ ਹੁੰਦਾ ਹੈ, ਵਿਚਾਰ, ਸਾਡੇ ਥਾਟਸ ਜਿੱਥੇ 'ਚ ਆ ਜਾਂਦੇ ਨੇ।
ਇੱਥੇ ਸਾਹਿਬ ਨੇ ਕਿਹਾ ਗੁਰਮਤ ਮਨ ਠਹਿਰਾਈ ਹੈ। ਆਪਾਂ ਇੱਕ ਕੰਮ ਕਿਉਂ ਨਹੀਂ ਕਰਦੇ? ਆਪਾਂ ਗੁਰੂ ਕੀ ਮਤ ਤੇ ਉਸ ਨੂੰ ਮਨ ਠਹਿਰਾਈ ਹੈ। ਟੀਕਾਕਾਰਾਂ ਦੇ ਅਰਥ ਹੁੰਦੇ ਕਿ ਮਨ ਇੱਥੇ ਟਿਕ ਜਾਏ। ਐਕਚੁਅਲ ਲੈਵਲ ਤੇ ਮੈਂ ਪਹਿਲਾਂ ਬੇਨਤੀ ਕੀਤੀ ਕਿ ਮਨ ਦਾ ਸਰੂਪ ਜਿਹੜਾ ਆ ਉਹ ਤੇ ਇੱਕ ਪ੍ਰਤੀਬਿੰਬ ਦੀ ਤਰ੍ਹਾਂ ਆ। ਜਿਹੜੀ ਚੀਜ਼ ਉਸ ਪਾਣੀ ਦੇ ਸੋਰਸ ਉੱਤੇ ਲਗਾਤਾਰ ਰਹੇਗੀ, ਲਗਾਤਾਰ ਉਹ ਪ੍ਰਤੀਬਿੰਬ ਹੋਏਗੀ, ਉੱਥੋਂ ਪ੍ਰਤੀਬਿੰਬਿਤ ਹੋਏਗੀ, ਉਹ ਲਗਾਤਾਰ ਉੱਥੋਂ ਰਿਫਲੈਕਟ ਕਰੇਗੀ। ਜੇ ਅਸੀਂ ਗੁਰੂ ਕੀ ਮੱਤ ਦੇ ਬਿਲਕੁਲ ਨੇੜੇ ਰਹਾਂਗੇ, ਉਹਦੇ ਵਿੱਚ ਆਪਣਾ ਟਾਈਮ ਇਨਵੈਸਟ ਕਰਾਂਗੇ, ਜੀਵਨ ਇਨਵੈਸਟ ਕਰਾਂਗੇ, ਐਨਰਜੀ ਇਨਵੈਸਟ ਕਰਾਂਗੇ, ਅਲਟੀਮੇਟਲੀ ਮਨ ਦਾ ਪ੍ਰਭਾਵ ਕਬੂਲੇਗਾ। ਆਹੀ ਸਰਲ ਭਾਵ ਦੇ ਵਿੱਚ ਬਾਤ ਸਮਝ ਆਉਂਦੀ ਹੈ। ਜਿੰਨੀ ਅਸੀਂ ਗੁਰੂ ਨਾਲ ਐਸੋਸੀਏਸ਼ਨ ਬਣਾਵਾਂਗੇ, ਆਪਣੀਆਂ ਸਾਂਝਾਂ ਵਧਾਵਾਂਗੇ, ਉਤਨਾ ਹੀ ਵਧੀਆ ਤਰੀਕੇ ਨਾਲ ਸਾਡੇ ਮਨ ਦੇ ਵਿੱਚੋਂ ਗੁਰੂ ਕੀ ਜਿਹੜੀ ਸੋਚ ਤੇ ਸੋਝੀ ਹੈ ਉਹ ਕਿਤੇ ਨਾ ਕਿਤੇ ਦਿਸ ਪਾਵੇਗੀ, ਕਿਤੇ ਨਾ ਕਿਤੇ ਉਹਦੀ ਰਿਫਲੈਕਸ਼ਨ ਆਵੇਗੀ। ਇਸ ਨੂੰ ਹੋਰ ਇਸ ਤਰੀਕੇ ਨਾਲ ਜਾਣਨਾ ਕਿ ਅੱਜ ਦਾ ਵਿਗਿਆਨੀ ਇਹ ਕਹਿ ਰਿਹਾ ਹੈ, ਮਨੁੱਖ ਨੂੰ ਬੜੇ ਡੀਪ ਲੈਵਲ 'ਤੇ ਉਹਦੇ ਬਿਹੇਵੀਅਰ ਸਾਈਡ ਨੂੰ ਸਮਝਣ ਵਾਲਾ, ਉਹ ਕਹਿੰਦਾ ਹੈ ਕਿ ਅਸੀਂ ਬੰਦਿਆਂ 'ਤੇ ਜ਼ੋਰ ਪਾਉਂਦੇ ਹਾਂ, ਤੁਸੀਂ ਨਾ ਆਪਣੇ ਬੋਲ ਬਾਣੀ ਬਦਲੋ। ਮਤਲਬ 90% ਘਰਾਂ ਦੇ ਝਗੜੇ ਬੋਲ ਬਾਣੀ ਦੀ ਦਰੁਸਤਗੀ ਨਾਲ ਖਤਮ ਹੋ ਜਾਂਦੇ ਨੇ। ਬਹੁਤ ਸਿੰਪਲ ਲੈਵਲ 'ਤੇ ਸਤਿਕਾਰ ਨਾਲ ਬੋਲਣਾ, ਪਿਆਰ ਨਾਲ ਬੋਲਣਾ, ਪ੍ਰੋਪਰ ਬੋਲਣਾ, ਅਦਬ ਅਦਾਬ ਰੱਖਣਾ, ਇਹ ਸਭ ਚੀਜ਼ਾਂ ਜਿਹੜੀਆਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਨੇ। ਪਰ ਕਹਿੰਦੇ ਕਿ ਛੋਟੀਆਂ ਛੋਟੀਆਂ ਚੀਜ਼ਾਂ ਬੰਦਾ ਕਿਉਂ ਨਹੀਂ ਕਰ ਪਾਉਂਦਾ? ਜਦੋਂ ਪਤਾ ਆ ਕਿ ਰਿਸਪੈਕਟ, ਮੈਂ ਬੀਤੇ ਕੱਲ੍ਹ ਵੀ ਬਾਤ ਸ਼ਾਇਦ ਕਰ ਰਿਹਾ ਸੀ, ਦੁਪਹਿਰ ਦੀਵਾਨ ਦੀ ਗੱਲ ਹੋਏਗੀ। ਅਕਸਰ ਬੱਚਿਆਂ ਨਾਲ ਜਦੋਂ ਗੱਲ ਹੁੰਦੀ ਤੇ ਮੈਂ ਉਹਨਾਂ ਨੂੰ ਕਹਿੰਦਾ ਵਾਂ, ਯੂ ਆਰ ਆਲਵੇਜ਼ ਡੂਇੰਗ ਜਸਟ, ਮਤਲਬ ਬੱਚੇ ਰੌਲਾ ਪਾਉਂਦੇ ਨੇ, ਅਰ ਬਹੁਤ ਕਰਦੇ। ਤੇ ਦਾਨਿਸ਼ਮੰਦ ਕਹਿੰਦੇ ਕਿ ਇਫ ਯੂ ਗਾਇਜ਼ ਕੈਨ ਫੋਲੋ ਓਨਲੀ 3 ਆਰ, ਨਾਟ ਮੋਰ ਦੈਨ ਦੈਟ। ਵੈਰੀ ਫਸਟ ਆਰ ਇਜ਼ ਰਿਸਪੈਕਟ। ਕਿਸੇ ਵੀ ਹਾਲਾਤ ਵਿੱਚ ਨਾ ਆਪਣੀ ਰਿਸਪੈਕਟ ਲੂਜ਼ ਕਰੋ, ਨਾ ਕਿਸੇ ਦੀ ਰਿਸਪੈਕਟ ਲੂਜ਼ ਕਰੋ। ਇਹ ਪਹਿਲਾ ਕ੍ਰਾਈਟੇਰੀਆ ਹੋਏ। ਡਿਸਰਿਸਪੈਕਟ ਜਿਹੜੀ ਹੈ ਕਿਸੇ ਵੀ ਲੈਵਲ 'ਤੇ ਐਕਸੈਪਟੇਬਲ ਨਹੀਂ ਹੈਗੀ, ਅਨਐਕਸੈਪਟੇਬਲ ਆ, ਕੰਮ ਨਿਬੜਿਆ। ਰਿਸਪੈਕਟ। ਦੂਸਰੀ ਚੀਜ਼ ਜਿਹੜੀ ਹੈ ਉਹ ਹੈਗੀ ਰਿਕੁਐਸਟ, ਕਿਉਂਕਿ ਰਿਸਪੈਕਟ ਹੋਏਗੀ ਉਹਦੇ ਨਾਲ ਡੈਫੀਨੇਟਲੀ ਕਹਿੰਦੇ 50% ਮਾਹੌਲ ਠੀਕ ਹੋ ਜਾਂਦਾ। ਫਿਰ ਕੋਈ ਚੀਜ਼ ਚਾਹੀਦੀ ਹੈ, ਪ੍ਰਾਪਤ ਕਰਨਾ ਕੁਛ, ਪਹਿਲਾ ਪੜਾਅ ਰਿਕੁਐਸਟ ਹੈ ਬਸ। ਤੇ ਕਹਿੰਦੇ ਜਿੱਥੇ ਰਿਕੁਐਸਟ ਪ੍ਰੋਪਰ ਆ ਜਾਏ ਉੱਥੇ ਆਲਮੋਸਟ 90% ਬੰਦਾ ਵਿਨ ਕਰ ਜਾਂਦਾ। ਸੋ ਇਹ ਬਾਤ ਹੋਈ ਰਿਸਪੈਕਟ ਆ, ਰਿਕੁਐਸਟ ਆ, ਤੇ ਫਿਰ ਤੀਸਰਾ ਆ ਰਿਹਾ ਰਿਸਪੌਂਸਿਬਿਲਿਟੀ, ਰਿਸਪੌਂਸੀਬਲ ਹੋ ਜਾਣਾ। ਜਦੋਂ ਅਸੀਂ ਕਿਸੇ ਚੀਜ਼ ਦੀ ਰਿਕੁਐਸਟ ਵੀ ਕਰ ਰਹੇ ਹਾਂ ਕਿ ਪਰਿਵਾਰ ਘਰ ਦੇ ਵਿੱਚ ਬੱਚਾ ਕਹੇ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ, ਤੇ ਨਜ਼ਰ ਹੋਏਗੀ ਵੀ ਇਜ਼ ਹੀ ਔਰ ਸ਼ੀ ਰਿਸਪੌਂਸੀਬਲ ਫॉर दैट। ਰਿਸਪੌਂਸਿਬਿਲਿਟੀ ਲੈਣ ਦੇ ਕਾਬਲ ਹੈ ਤੇ ਠੀਕ ਹੈ ਭਾਈ, ਕਰ ਦਿਓ, ਇਹਦੇ 'ਚ ਕਿਹੜੀ ਗੱਲ ਹੈ। ਸੋ ਇਹ ਰੂਪ ਜਿਹੜਾ ਇਹ ਉਸ ਨੂੰ ਪ੍ਰਾਪਤ ਕਰਵਾ ਦਿੰਦਾ ਜੋ ਉਹ ਚਾਹੁੰਦਾ, ਉਸ ਦੇ ਇੱਕ ਸਟੇਟਸ ਵਿੱਚ ਇਜ਼ਾਫਾ ਕਰ ਦਿੰਦਾ। ਇਹ ਸਾਰੇ ਰੂਪ ਜਿਹੜੇ ਮੌਲਿਕ ਰੂਪ ਵਿੱਚ ਮੈਂ ਬਾਤ ਕੀਤੀ, ਦਾਨੇ ਲੋਕਾਂ ਨੇ ਕਿਹਾ ਆਪਣੀ ਬੋਲ ਬਾਣੀ ਬਦਲੋ। ਬੋਲ ਬਾਣੀ ਕਿਵੇਂ ਬਦਲਾਂਗੇ? ਬੜੀ ਸਰਲ ਆ, ਸਿੰਪਲ ਲੈਵਲ 'ਤੇ ਰਿਕੁਐਸਟਡ ਵੇ ਨਾਲ ਬੋਲੋ, ਰਿਸਪੈਕਟਡ ਵੇ ਨਾਲ ਬੋਲੋ, ਇਹ ਗੱਲ ਹੋਈ। ਪਰ ਕਹਿੰਦੇ ਜੇ ਇੰਨਾ ਈਜ਼ੀ ਹੋਏ ਤਾਂ ਹਰ ਬੰਦਾ ਹੀ ਫੋਲੋ ਕਰ ਲਵੇ। ਹਾਂ ਭਾਈ, ਬੋਲ ਬਾਣੀ ਨਹੀਂ ਬਦਲੀ ਜਾ ਸਕਦੀ। ਕਿਉਂ ਨਹੀਂ ਬਦਲੀ ਜਾ ਸਕਦੀ? ਕਿਉਂਕਿ ਜੋ ਬੋਲ ਬਾਣੀ ਦੇ ਪਿੱਛੇ ਸੌਫਟਵੇਅਰ ਕੰਮ ਕਰ ਰਿਹਾ ਉਹ ਨਹੀਂ ਬਦਲਿਆ ਜਾ ਸਕਦਾ। ਉਹ ਕੀ ਹੈ? ਸਾਡੇ ਅੰਦਰ ਦੇ ਥਾਟਸ। We really want to change someone's words, someone's statements, but we are not paying attention what's going on inside his or her mind, what kind of thoughts are provoking this individual to say these words. ਉੱਥੇ ਕੰਮ ਕੀਤਾ ਜਾਏ। ਜਿਹੜੇ ਉਹ ਥਾਟਸ ਨੇ ਉਹ ਕਿਤੇ ਨਾ ਕਿਤੋਂ ਜਨਰੇਟ, ਕਿਉਂਕਿ ਰਾਏ ਬਣ ਰਹੀ ਨਾ, ਮਤ ਬਣ ਰਹੀ ਉਹਦਾ ਮਤ ਬਣ ਰਿਹਾ, ਉਹਦੇ ਖਿਆਲ ਬਣ ਰਹੇ ਨੇ। ਹੁਣ ਉਹ ਕਿੱਥੋਂ ਰਿਫਲੈਕਟ ਹੋ ਰਹੇ ਨੇ? ਇਹ ਸੋਰਸ ਦੇਖੋ। ਗੁਰੂ ਸਾਹਿਬ ਬੇਸਿਕਸ ਤੇ ਗੱਲਾਂ ਕਰਦੇ। ਗੁਰੂ ਸਾਹਿਬ ਕਹਿੰਦੇ ਜਿੱਥੇ ਮਤ ਆ ਰਿਹਾ ਉੱਥੇ ਗੁਰੂ ਆਏ, ਜਿੱਥੇ ਰਾਏ ਬਣ ਰਹੀ ਉੱਥੇ ਗੁਰੂ ਦੀ ਰਾਏ ਬਣੇ, ਗੁਰੂ ਵੱਲੋਂ ਰਾਏ ਪ੍ਰਭਾਵਿਤ ਹੋ ਕੇ ਆਏ, ਰਿਫਲੈਕਟ ਹੋ ਕੇ ਆਏ। ਜਿੱਥੇ ਗੁਰੂ ਕੀ ਮਤ ਆ ਕੇ ਟਿਕੇਗੀ
ਲਗਾਤਾਰਤਾ ਨਾਲ ਠਹਿਰਾਅ 'ਚ ਹੋਏਗੀ, ਮਨ ਦੀ ਦੁਨੀਆ 'ਚ ਉਹੀ ਪਰਛਾਵਾਂ ਨਿਕਲੇਗਾ ਵਾਰ-ਵਾਰ। ਕਿਆ ਗੁਰਮਤਿ ਮਨ ਠਹਿਰਾਈ ਹੈ ਮੇਰੀ ਜਿੰਦੜੀਏ, ਅਨੰਤ ਨਾ ਕਾਹੂ ਡੋਲੇ ਰਾਮ, ਅਨੰਤ ਨਾ ਕਾਹੂ ਡੋਲੇ। ਅਖੀਰ ਫਿਰ ਉਹ ਕਿਤੇ ਵੀ ਡਾਵਾਂਡੋਲ ਨਹੀਂ ਹੋਏਗਾ। ਡਾਵਾਂਡੋਲ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਦੋਂ ਅਸੀਂ ਬਹੁਤ ਇੱਕ ਨੈਰੋ ਮਾਈਂਡਡ ਵੇ ਦੇ ਨਾਲ ਚੀਜ਼ਾਂ ਨੂੰ ਕੈਲਕੂਲੇਟ ਕਰਦੇ ਹਾਂ, ਅਸੀਂ ਘਬਰਾ ਜਾਂਦੇ ਹਾਂ। ਮਿਸਾਲਾਂ ਦੀਆਂ ਮਿਸਾਲਾਂ ਪਈਆਂ ਜੀਵਨ ਵਿੱਚ ਵੀ, ਹਰ ਜਗ੍ਹਾ 'ਤੇ। ਮੈਂ ਜੇ ਅੱਜ ਦੀ ਦੁਨੀਆ 'ਚ ਐਗਜ਼ਾਮਪਲ ਕਰਨੀ ਹੋਏ ਤਾਂ ਮੇਰੇ ਕੋਲ ਸੈਂਕੜੇ ਕੇਸ ਇਹੋ ਜਿਹੇ ਕਾਉਂਸਲਿੰਗ ਦੇ ਦੌਰਾਨ ਆਉਂਦੇ ਆਏ। ਇੱਕ ਬੱਚਾ, ਉਹ ਸਟੱਡੀ ਕੀਤੀ, ਮਤਲਬ ਬੜਾ ਔਖਾ ਕੰਮ ਹੈ ਇੱਥੇ ਆ ਕੇ ਮਿਹਨਤ ਕਰਕੇ ਸਟੱਡੀ ਕਰਨੀ। ਸਟੱਡੀ ਕੀਤੀ ਅਤੇ ਸਟੱਡੀ ਕਰਕੇ ਅਜੇ PR ਵਗੈਰਾ ਲਈ ਫਾਈਲ ਵਗੈਰਾ ਅਪਲਾਈ ਕਰ ਰਿਹਾ ਸੀਗਾ। ਵਰਕ ਪਰਮਿਟ ਮਿਲਿਆ, ਜੋ ਜੋਬ ਦੀ ਖਾਹਿਸ਼ ਸੀਗੀ ਉਹ ਜੋਬ ਮਿਲੀ। ਅਤੇ ਜਿਵੇਂ ਜੋਬ ਪ੍ਰਾਪਤ ਹੋਈ, ਅਰਾਊਂਡ 2 ਮਹੀਨੇ ਵੀ ਨਹੀਂ ਕੀਤੇ ਤੋਂ ਜਿਸ ਕੰਪਨੀ ਜੋਬ ਸੀ ਉਹ ਕੰਪਨੀ ਬੰਦ ਹੋ ਗਈ। ਓਹੋ, ਨੈਗੇਟਿਵਿਟੀ ਬੰਦੇ ਦੀ ਕਿਤੋਂ ਵੀ ਆ ਜਾਂਦੀ ਹੈ। ਖੈਰ, ਇਹ ਚੀਜ਼ ਵਾਪਰੀ। ਉਸਨੇ ਆਲੇ ਦੁਆਲੇ ਪਤਾ ਕਰਕੇ ਸੇਮ ਟਾਈਪ ਆਫ ਦੀ ਜੋਬ ਕਿਤੇ ਹੋਰ 1-2 ਜਗ੍ਹਾ 'ਤੇ ਅਪਲਾਈ ਕੀਤੀ। ਸਮਹਾਓ ਇਹ ਦੌਰ ਸੀਗਾ ਜਦੋਂ ਬਿਲਕੁਲ ਇੱਕਦਮ ਬੜਾ ਫਾਈਨੈਂਸ਼ੀਅਲ ਕ੍ਰਾਈਸਿਸ ਆ ਰਿਹਾ ਸੀਗਾ, 2008-9 ਦੇ ਨੇੜੇ। ਅਤੇ ਉਹ ਸੈਕਿੰਡ ਅਪਲਾਈ ਕੀਤੀ, ਅਤੇ ਉਹ ਸੈਕਿੰਡ ਵੀ ਕਿਉਂਕਿ ਫਾਈਨੈਂਸ਼ੀਅਲ ਇੰਡਸਟਰੀ ਨਾਲ ਜੋਬ ਸੀਗੀ ਅਤੇ ਉਹ ਕ੍ਰਾਈਸਿਸ 'ਚ ਜਾ ਰਹੀਆਂ ਸੀਗੀਆਂ। ਉਹਨਾਂ ਨੇ ਵੀ ਸਾਰੇ ਬੰਦੇ ਲੇ ਆਫ ਕਰਤੇ, ਬੈਂਕਰਪਸੀ ਫਾਈਲ ਕਰ ਦਿੱਤੀ। ਅੰਦਰ ਇਹ ਅੰਦਾਜ਼ਾ ਚਲਾ ਗਿਆ ਵੀ ਮੈਂ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਸਰਾਪਿਆ ਬੰਦਾ ਆ, ਬੜਾ ਨੇਸਤੀ ਬੰਦਾ ਆ। ਜਿੱਥੇ ਵੀ ਮੈਂ ਜਾਂਦਾ ਆ, ਮੇਰੀ ਜੋਬ 'ਤੇ ਜਾਣੀ ਮੈਂ ਤਾਂ ਕੰਪਨੀ ਬੰਦ ਕਰਾ ਦੇਣਾ। ਇਹ ਆਈਡੀਆ ਆ ਗਿਆ ਅੰਦਰ। ਬਸ ਇਹ ਥਾਟ ਆਉਣ ਦੀ ਢੇਰ ਸੀਗੀ। ਉਸ ਤੋਂ ਬਾਅਦ ਬਸ ਲਗਾਤਾਰ ਸਿਹਤ ਵੀ ਖਰਾਬ, ਵੈਸੇ ਵੀ ਹਾਲਾਤ ਖਰਾਬ, ਸੋਚ ਇਸ ਪਾਸੇ ਤੁਰ ਪਈ। ਖੈਰ, ਮਹਿਸੂਸ ਹੋਣ ਲੱਗਿਆ ਮੇਰਾ ਕੁਛ ਨਹੀਂ ਬਣਨਾ। ਬਹੁਤ ਘਬਰਾਹਟ ਸਰੀਰ ਦੇ 'ਚ, ਲਗਾਤਾਰ ਸਰੀਰ ਸ਼ਿਵਰਿੰਗ ਹੋ ਰਹੀ। ਅਤੇ ਮੈਨੂੰ ਮਿਲਿਆ, ਕਿਸੇ ਨੇ ਰੈਫਰ ਕੀਤਾ ਮੈਨੂੰ, ਆ ਕੇ ਬਿਆਨ ਕਰਦਾ ਸਾਰਾ ਕੁਛ। ਮੈਂ ਉਹਦੀ ਕੁਆਲੀਫਿਕੇਸ਼ਨ ਸਾਰੀ ਸੁਣੀ। ਕੁਆਲੀਫਿਕੇਸ਼ਨ ਦੇ 'ਚ ਬੜਾ ਕੁਆਲੀਫਾਈਡ ਬੰਦਾ ਆ। 1 ਡਿਗਰੀ ਇੰਡੀਆ ਤੋਂ ਕਰਕੇ ਆਇਆ, 2nd ਡਿਗਰੀ ਯੂਨੀਵਰਸਿਟੀ ਦੀ ਇੱਥੇ ਫਿਨਿਸ਼ ਕੀਤੀ ਹੈ। ਕੁਛ ਸਮਾਂ ਇੰਡੀਆ 'ਚ ਕੁਛ ਇਸੇ ਫਾਈਨੈਂਸ਼ੀਅਲ ਫੀਲਡ ਦਾ ਐਕਸਪੀਰੀਅੰਸ ਹੈਗਾ। ਕੁਝ ਇੱਥੇ ਆ ਕੇ ਭਾਵੇਂ ਕੁਝ ਮਹੀਨਿਆਂ ਦਾ ਫੀਲਡ ਐਕਸਪੀਰੀਅੰਸ ਹੈਗਾ। ਬੜਾ ਮਤਲਬ ਲਿਆਕਤ ਵੀ ਹੈਗੀ ਹੈ, ਐਬਿਲਿਟੀ ਵੀ ਹੈਗੀ ਹੈ। ਸਾਰੀ ਚੀਜ਼ ਮੈਂ ਪੇਪਰ 'ਤੇ ਉਤਾਰੀ ਉਸ ਰੂਪ ਦੇ ਵਿੱਚ, ਸਾਰੀ ਉਤਾਰ ਕੇ। ਅਤੇ ਮੈਂ ਉਸਨੂੰ ਕਿਹਾ, ਮੈਂ ਕਿਹਾ ਵੀ ਹੁਣ ਮੈਨੂੰ ਦੱਸ ਵੀ ਤੇਰੇ ਡਰ ਕੀ ਹੈ? ਕਹਿੰਦਾ ਡਰ ਇਹ ਹੈ ਵੀ ਮੇਰਾ ਬਣਨਾ ਕੁਛ ਨਹੀਂ। ਮੈਂ ਕਿਹਾ ਜੋ ਕੋਈ ਤੇਰਾ ਬਣ ਗਿਆ ਆ, ਇਹੀ ਬੜੀ ਵੱਡੀ ਚੀਜ਼ ਆ। ਇਸ ਤੋਂ ਬਾਅਦ ਤੇ ਹੁਣ ਇਹਦਾ ਫਲ ਹੀ ਮਿਲਣਾ ਹੈ। ਉਹ ਕਹਿੰਦਾ ਜੀ ਮੈਂ ਸਮਝਿਆ ਨਹੀਂ। ਮੈਂ ਕਿਹਾ ਸਮਝ ਵਾਲੀ ਗੱਲ ਤੇ ਆਹੀ ਹੈ, ਦੇਖ ਧਿਆਨ ਦੇ ਨਾਲ। ਆਲਮੋਸਟ ਤੂੰ ਆਪਣੀ ਐਜੂਕੇਸ਼ਨ ਕੰਪਲੀਟ ਕਰ ਰਹੀ ਹੈ, ਕੈਰੀਅਰ ਦੇ ਨੇੜੇ ਬੈਠਾ ਆ। ਹਾਂ, ਥੋੜ੍ਹੇ ਹਾਲਾਤ ਨੇ ਲੌਂਗ ਰਨ ਦੇ ਵਿੱਚ। ਦੇਖ ਕਿ ਐਵੇਂ ਦੀ ਹੀ ਆਰਥਿਕ ਮੰਦੀ ਚੱਲੇਗੀ ਦੁਨੀਆ ਦੇ ਵਿੱਚ, ਕਿ ਇਹ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਸਾਰੇ ਫੇਲ ਹੋ ਜਾਣਗੇ, ਇਹ ਸਭ ਚੀਜ਼ਾਂ। ਕਹਿੰਦਾ ਨਹੀਂ, ਐਸਾ ਤਾਂ ਨਹੀਂ ਹੋਏਗਾ। ਮੈਂ ਕਿਹਾ ਜੇ ਐਸਾ ਨਹੀਂ ਹੋਏਗਾ ਤੇ ਫਿਰ ਘਬਰਾਉਣਾ ਕਿਉਂ ਹੈ? ਫਿਰ ਲੌਂਗ ਰਨ ਵਿੱਚ ਵੇਖ। ਸੋ ਇਸ ਕਿਸਮ ਦੇ ਨਾਲ ਕੋਈ 2-4 ਸੈਸ਼ਨ ਸਾਡੇ ਗਏ, ਕੁਝ ਗੁਰਬਾਣੀ ਦਾ ਪਠਨ ਪਾਠਨ ਲਗਾਇਆ, ਗੁਰੂ ਇਤਿਹਾਸ ਦੀ ਕੁਝ ਬਾਤ ਕੀਤੀ। ਆਖਿਰਕਾਰ ਕਿਤੇ ਜੋਬ ਅਪਲਾਈ ਕੀਤੀ, ਜੋਬ ਵੀ ਮਿਲ ਗਈ। ਕਰਦਿਆਂ ਮੇਰਾ ਖਿਆਲ ਅੱਜ ਅਸੀਂ 12-13 ਸਾਲ ਪਿੱਛੇ ਹਿਸਟਰੀ ਦੇਖਦੇ ਹਾਂ, ਅਤੇ ਜੇ ਕਿਤੇ ਹੁਣ ਮੈਨੂੰ ਮਿਲੇ ਹੋ ਅਤੇ ਉਹ ਬਖਾਨ ਕਰੇਗਾ ਵੀ ਭਾਈ ਸਾਹਿਬ ਮੈਂ ਇਸ ਜਗ੍ਹਾ 'ਤੇ ਆਹ ਕੰਮ ਕਰ ਰਿਹਾ, ਮੈਂ ਇਸ ਜਗ੍ਹਾ 'ਤੇ ਆਮ ਵੈਰੀ ਬਿਜ਼ੀ ਲਾਈਕ ਆਲ ਦੈਟ। ਅਤੇ ਮੈਨੂੰ ਅਹਿਸਾਸ ਹੁੰਦਾ, ਮੈਂ ਕਿਹਾ ਆਹ ਜਿਹੜੀ ਚੀਜ਼ ਆ ਸਭ ਕੁਛ ਸੀਗਾ, ਮਨ ਡੋਲ ਰਿਹਾ ਸੀਗਾ। ਜਿਹੜੀ ਮਨ ਦੀ ਡਾਵਾਂ ਡੋਲਤਾ ਆ, ਇਹ ਕਿਤੋਂ ਹੋਰੋਂ ਨਹੀਂ ਠੀਕ ਹੋ ਸਕਦੀ। ਇਹ ਤੇ ਵਿਜ਼ਨ ਕਰਕੇ, ਵਿਜ਼ਨਰੀ ਹੋ ਕੇ। ਅਤੇ ਗੁਰਬਾਣੀ, ਇਹੀ ਗੁਰਬਾਣੀ ਸ਼ਬਦ ਜਿਹੜਾ ਹੈ ਨਾ, ਸਾਡੇ ਖਿਆਲਾਂ ਦੀ ਪ੍ਰਵਾਜ਼ ਬਦਲਦਾ ਆ। ਸਾਡੇ ਖਿਆਲਾਂ ਦੇ ਜਿਹੜਾ, ਜਿਹਨੂੰ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਇੱਕ ਹਾਇਰ ਲੈਵਲ 'ਤੇ ਸਾਡੇ ਥਾਟ ਨੂੰ ਲੈ ਜਾਂਦਾ। ਇੱਥੇ ਸਾਹਿਬ ਕਹਿੰਦੇ ਅਨੰਤ ਨਾ ਕਾਹੂ ਡੋਲੇ ਰਾਮ। ਅਖੀਰ ਜਿਹੜੀ ਡਾਵਾਂ ਡੋਲਤਾ ਆ, ਉਹ ਜਦੋਂ ਥਾਟ ਦੇ ਨਾਲ ਬੰਦੇ ਦੀ ਸਾਂਝ ਬਣ ਗਈ, ਜਿੱਡਾ ਉੱਚਾ ਇੱਕ
ਮਿਸਾਲ ਦਿੰਦੇ ਪ੍ਰਿੰਸੀਪਲ ਸਤਬੀਰ ਸਿੰਘ ਕਈ ਵਾਰ ਲਿਟਰੇਚਰ ਦੇ ਵਿੱਚ, ਕਹਿੰਦੇ ਇੱਕ ਹੁਮਾ ਨਾਂ ਦਾ ਪੰਛੀ ਹੈ, ਹੋ ਸਕਦਾ ਹੈ ਲਿਟਰੇਚਰ 'ਚ ਹੀ ਹੋਏ, ਰਿਐਲਿਟੀ 'ਚ ਹੋਏ ਨਾ, ਅਮਰੀਕਾ ਦੇ ਵਿੱਚ ਉਹਨੂੰ ਜਾਂ ਵੈਸਟਰਨ ਵਰਲਡ ਦੇ ਵਿੱਚ ਉਹਨੂੰ ਫੋਨਿਕਸ ਕਹਿੰਦੇ ਨੇ, ਹੁਮਾ। ਅਤੇ ਉਹ ਕਹਿੰਦੇ ਕਿ ਉਹਦੇ ਬਾਬਤ ਆਮ ਰਾਏ ਹੈ, ਮਤਲਬ ਲੋਕਾਂ ਦੀ ਮਿੱਥ ਕਹਿ ਲਓ, ਕਿ ਜਿਹਦੇ ਉਹ ਸਿਰ ਦੇ ਉੱਤੋਂ ਲੰਘ ਜਾਏ ਕਰੀ ਉਹ ਬਾਦਸ਼ਾਹ ਬਣ ਜਾਂਦਾ, ਉਹ ਹੁਮਾ ਨਾਂ ਦਾ ਪੰਛੀ। ਠੀਕ ਹੈ ਜੀ। ਉਹ ਕਦੀ ਕਦਾਰ ਬੜੇ ਉੱਚੇ ਅਸਮਾਨਾਂ 'ਤੇ ਰਹਿੰਦਾ ਆ, ਅਤੇ ਉਹ ਕਦੀ ਕਦਾਰ ਧਰਤੀ 'ਤੇ ਉੱਡਦਾ ਆ ਜਾਂਦਾ ਹੈ। ਜੇ ਕਿਤੇ ਉਹਦਾ ਕੋਈ ਪਰ ਲੱਭ ਜਾਏ, ਉਹਦਾ ਕੋਈ ਇੱਕ ਕਹਿ ਲਓ ਕਿ ਛੋਟਾ ਜਿਹਾ ਹਿੱਸਾ ਉਹਦੇ ਪੰਖ ਦਾ ਲੱਭ ਜਾਏ, ਖੰਭ ਦਾ ਲੱਭ ਜਾਏ, ਅਤੇ ਉਹਦੇ ਨਾਲ ਤੀਰ ਬੰਨ੍ਹ ਕੇ ਚਲਾ ਦਿਓ, ਅਤੇ ਕਹਿੰਦੇ ਜਿੰਨਾ ਉੱਚਾ ਹੁਮਾ ਪੰਛੀ ਜਾਂਦਾ ਉਹ ਤੀਰ ਓਨਾ ਹੀ ਉੱਚਾ ਚਲਾ ਜਾਂਦਾ ਹੈ। ਉਹ ਮਿਸਾਲ ਦਿੰਦੇ ਗੁਰਬਾਣੀ ਅਤੇ ਸ਼ਬਦ ਦੀ। ਉਹ ਕਹਿੰਦੇ ਦਰਗਾਹੀ ਰਚਨਾ ਧੁਰਕੀ ਬਾਣੀ ਹੈ। ਜੇ ਕਿਤੇ ਤੁਹਾਡੇ ਮਨ ਮੰਡਲ ਦੀ 'ਚ ਇਹਦੀ ਕਸ਼ਿਸ਼ ਬਣ ਜਾਏ, ਜਿੰਨੇ ਉੱਚੇ ਮੰਡਲ ਦੀ ਬਾਣੀ ਹੈ ਤੁਹਾਡਾ ਮਨ ਵੀ ਉੱਚਾ ਓਨਾ ਉੱਚਾ ਹੋ ਜਾਏਗਾ ਉਸ ਲੈਵਲ 'ਤੇ। ਇਹ ਹੁਮਾ ਨਾਂ ਦੇ ਪੰਛੀ ਦੀ ਤਰ੍ਹਾਂ ਆ। ਜੇ ਤੁਹਾਡੇ ਮਨ ਦੇ ਵਿੱਚ ਬਹੁਤ ਨਿਗਰਤਾ ਆ ਗਈ ਹੈ, ਡਰ ਆ ਗਿਆ ਹੈ, ਵਕਾਰ ਆ ਗਏ ਨੇ, ਬਹੁਤ ਜ਼ਿਆਦਾ ਤੁਹਾਡੇ ਅੰਦਰ ਘਬਰਾਹਟ ਆ ਗਈ ਹੈ, ਆਪਣੇ ਮਨ ਨੂੰ ਇਸ ਸ਼ਬਦ ਨਾਲ ਜੋੜ ਲਵੋ, ਬੰਨ ਲਵੋ। ਫਿਰ ਦੇਖੋ ਜਿੱਡੀ ਉੱਚੀ ਇਹ ਸ਼ਬਦ ਪ੍ਰਵਾਜ਼ ਭਰਦਾ ਹੈ, ਮਨ ਵੀ ਓਡੀ ਉੱਚੀ ਪ੍ਰਵਾਜ਼ ਭਰੇਗਾ। ਤੇ ਅਸੀਂ ਬਾਣੀ 'ਚ ਸ਼ਬਦ ਵੀ ਪੜ੍ਹਦੇ ਹਾਂ, ਇਹੋ ਜਿਹੇ ਬਚਨ ਮਹਾਰਾਜ ਕਿਤੇ ਬਿਆਨ ਕਰਦੇ ਕਿ ਚੇਤੇ ਰੱਖੀ, ਜੇ ਤੂੰ ਮਨ ਕਰਕੇ ਇਹਦੇ ਨਾਲ ਸਾਂਝ ਪਾਵੇਂਗਾ ਨਾ, ਤੇ ਇਹ ਵਿਸ਼ਵਾਸ ਰੱਖੀ ਆਪਣੇ ਹਿਰਦੇ ਦੇ ਵਿੱਚ, ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੋਲੇ ਤੋਂ ਗੱਲ ਸ਼ੁਰੂ ਹੋਈ ਸੀ, ਅਮੋਲਕ, ਜਿਹਦਾ ਕੋਈ ਮੁੱਲ ਨਹੀਂ, ਜਿਹਨੂੰ ਕੋਈ ਇਵੈਲੂਏਟ ਵੀ ਨਹੀਂ ਕਰ ਸਕਦਾ। ਮਨ ਦੀ ਦੁਨੀਆ ਦੀ ਕੋਈ ਇਵੈਲੂਏਸ਼ਨ ਨਹੀਂ ਹੈ, ਕੋਈ, ਜੇ ਮਨ ਉਸ ਲੈਵਲ 'ਤੇ ਆ ਜਾਏ ਤੇ ਸੱਚਾਈ ਇਹ ਹੈ ਸਾਡੇ ਜੀਵਨ ਦੇ ਵਿੱਚ ਕੋਈ ਕਮੀ ਖਾਮੀ ਵੀ ਨਹੀਂ ਹੈ। ਛੋਟਾ ਜਿਹਾ ਰੰਗ ਕਹਾਣੀ ਨੂੰ ਮੈਂ ਬਿਆਨ ਕਰਾਂ, ਕਿਉਂਕਿ ਫਿਲਾਸਫਿਕਲੀ ਚੀਜ਼ਾਂ ਕਾਫੀ ਭਾਰੀਆਂ ਵੀ ਹੋ ਜਾਂਦੀਆਂ ਨੇ। ਲਿਟਰੇਚਰ 'ਚ ਕਹਾਣੀ ਵੈਸੇ ਆਈ ਤਾਂ ਹੈਗੀ ਹੈ ਅਰੇਬਿਕ ਲਿਟਰੇਚਰ 'ਚੋਂ, ਪਰ ਉਹਨੂੰ ਵਣਗੀ ਰੂਪ 'ਚ ਕਈਆਂ ਨੇ ਬਿਆਨ ਕੀਤਾ ਡਿਫਰੈਂਟ ਵੇ ਦੇ ਨਾਲ। ਇੱਕ ਸ਼ਿਪ ਆ, ਅਤੇ ਉਸ ਸ਼ਿਪ ਦੇ ਵਿੱਚ ਮੁਸਾਫਰ ਸਫ਼ਰ ਕਰ ਰਹੇ ਨੇ। ਇੱਕ ਹੀਰਿਆਂ ਦਾ ਵਪਾਰੀ ਵੀ ਉਹਨਾਂ ਮੁਸਾਫਰਾਂ ਦੇ ਵਿੱਚ ਹੈ, ਅਤੇ ਆਪਣੇ ਕੈਬਿਨ ਦੇ ਵਿੱਚ ਆਰਾਮ ਕਰਨ ਵਾਸਤੇ ਖਾਣਾ ਖਾ ਕੇ ਸੌਣ ਲੱਗਾ ਆ। ਅਤੇ ਉਹ ਕਰਦਾ ਕੰਮ ਇਹ ਹੈ ਕਿ ਇੱਕ ਜਗ੍ਹਾ ਤੋਂ ਥੋਕਦਾ ਹੀਰਿਆਂ ਦੀਆਂ ਕਣੀਆਂ ਖਰੀਦਦਾ ਹੈ, ਅਤੇ ਫਿਰ ਉਹਨਾਂ ਨੂੰ ਰਿਟੇਲ ਦੇ ਵਿੱਚ ਚਮਕਾ ਦਮਕਾ ਕੇ ਐਜ਼ ਏ ਜੋਹਰੀ ਦੇ ਤੌਰ 'ਤੇ ਵੇਚਦਾ। ਉਹਨੇ ਵੱਡੀ ਥੈਲੀ ਹੀਰਿਆਂ ਦੀ ਭਰੀ ਹੈ। ਸੌਣ ਤੋਂ ਪਹਿਲਾਂ ਉਹਨੇ ਸੋਚਿਆ ਵੀ ਇੱਕ ਵਾਰੀ ਆਪਣਾ ਸਮਾਨ ਸਾਰਾ ਸੰਭਾਲ ਲਵਾਂ। ਉਹਨੇ ਹੀਰਿਆਂ ਦੀ ਥੈਲੀ ਖੋਲ੍ਹੀ, ਵਿੱਚੋਂ ਸਾਰੇ ਹੀਰੇ ਗਿਣੇ, ਵਾਪਸ ਪਾਏ, ਉਹਨਾਂ ਨੂੰ ਬੰਦ ਕੀਤਾ, ਅਤੇ ਹੁਣ ਉਹ ਸੌਣ ਲੱਗਾ। ਬਾਈ ਚਾਂਸ ਉਹਨੇ ਧਿਆਨ ਨਹੀਂ ਕੀਤਾ, ਉਹਦੇ ਕੈਬਨ ਦਾ ਇੱਕ ਦਰਵਾਜ਼ਾ ਖੁੱਲ੍ਹਾ ਰਹਿ ਗਿਆ, ਅਤੇ ਕਿਸੇ ਨੇ ਉਸ ਦਰਵਾਜ਼ੇ ਦੇ ਵਿੱਚੋਂ ਉਹਦੀ ਸਾਰੀ ਹਰਕਤ ਦੇਖ ਲਈ ਵੀ ਇਹ ਹੀਰੇ ਨੇ ਇਹਦੇ ਕੋਲ ਇੰਨੇ ਕੀਮਤੀ, ਗਿਣਤੀ ਕੀਤੀ ਸਾਰੀ। ਉਹਦੇ ਮਨ 'ਚ ਲਾਲਚ ਆ ਗਿਆ। ਉਹਨੇ ਕਿਹਾ ਤੇ ਬੜੇ ਕਮਾਲ ਦੀ ਗੱਲ ਹੈ, ਬੜਾ ਅਮੀਰ ਹੋ ਜਾਵਾਂਗਾ ਇੰਨੇ ਹੀਰੇ ਮਿਲ ਜਾਣ 'ਤੇ। ਪਰ ਕੀਤਾ ਕੀ ਜਾਏ, ਜੇ ਚੋਰੀ ਕਰਾਂਗਾ, ਪਕੜਿਆ ਗਿਆ ਚੋਰ ਖਵਾਵਾਂਗਾ, ਸਜ਼ਾ ਹੋ ਜਾਏਗੀ। ਜੇ ਜਾਗ ਗਿਆ ਮੈਨੂੰ ਮਾਰੇ ਕੁੱਟੇਗਾ, ਫਿਰ ਕੀਤਾ ਕੀ ਜਾਏ, ਹੀਰੇ ਤੇ ਚਾਹੀਦੇ ਨੇ। ਖੈਰ ਸ਼ਾਤਰ ਦਿਮਾਗ ਸੀਗਾ, ਦਿਮਾਗ ਉਸ ਪਾਸੇ ਲਗਾਇਆ। ਜਹਾਜ਼ ਦੇ ਕੈਪਟਨ ਕੋਲ ਚਲਾ ਗਿਆ, ਤੇ ਉੱਥੇ ਜਾ ਕੇ ਉੱਚੀ ਉੱਚੀ ਰੋਣ ਲੱਗ ਗਿਆ। ਕੈਪਟਨ ਕਹਿੰਦਾ ਕੀ ਹੋਇਆ? ਕਹਿਣ ਲੱਗਾ ਜੀ ਹੀਰੇ ਸੀਗੇ ਇੰਨੇ, ਸਾਰੇ ਗਿਣਤੀ ਉਹਦੇ ਸਾਹਮਣੇ ਹੋਏ ਨੇ, ਗਿਣਦਿਆਂ ਦੇਖਿਆ ਉਹਨੂੰ, ਇਹੋ ਜਿਹੀ ਥੈਲੀ 'ਚ ਪਏ ਸੀ, ਥੈਲੀ ਦਾ ਰੰਗ ਵੀ ਦੇਖਿਆ ਸੀ ਉਸਨੇ ਜੀ। ਮੈਂ ਉੱਥੋਂ ਥੋਕ 'ਚ ਖਰੀਦੇ ਸੀ, ਅੱਗੇ ਜਾ ਕੇ ਮੈਂ ਬਾਜ਼ਾਰ ਵਿੱਚ ਵੇਚਣੇ ਸੀਗੇ, ਅਤੇ ਉਹ ਮੇਰੇ ਕੈਬਨ ਵਿੱਚੋਂ ਗੁੰਮ ਹੋ ਗਏ, ਕਿਸੇ ਨੇ ਚੁਰਾ ਲਏ ਜੀ। ਕੈਪਟਨ ਕਹਿੰਦਾ ਮੇਰੇ ਜਹਾਜ਼ 'ਤੇ ਚੋਰੀ, ਮੈਂ ਤਾਂ ਸਾਰਿਆਂ ਨੂੰ ਜਿਹੜਾ ਹੈਗਾ ਸਖਤਾਈ ਨਾਲ ਪੇਸ਼ ਆਵਾਂਗਾ। ਉਹਨੇ ਅਨਾਊਂਸਮੈਂਟ ਕਰਤੀ, ਭਾਈ ਸਾਰੇ ਲੋਕ ਜਿਹੜਾ ਹੈਗਾ ਸੁਣ ਲਓ ਧਿਆਨ ਦੇ ਨਾਲ, ਇੱਕ ਵਪਾਰੀ ਦੇ ਇੰਨੇ ਹੀਰੇ ਇਸ ਤਰ੍ਹਾਂ ਦੀ ਥੈਲੀ 'ਚ ਪਏ ਨੇ, ਉਹ ਫਲਾਂ ਕੈਬਨ 'ਚ ਰਹਿੰਦਾ, ਉਹਦੇ ਲੋਸਟ ਹੋ ਗਏ ਨੇ ਭਾਈ। ਜਿਸ ਕਿਸੇ ਨੂੰ ਵੀ ਲੱਭੇ ਫਟਾਫਟ ਜਿਹੜਾ ਹੈਗਾ ਉਹ ਡੌਕ ਦੇ ਉੱਤੇ ਲੱਗਣ ਤੋਂ ਪਹਿਲਾਂ ਸ਼ਿਪ ਮੇਰੇ ਕੋਲ ਪਹੁੰਚਾਓ, ਕਿਉਂਕਿ ਨਹੀਂ ਤਾਂ ਫਿਰ ਸਜ਼ਾ ਹੋਏਗੀ ਇਸ ਰੂਪ ਦੇ 'ਚ। ਖੈਰ ਉਹ ਜਦੋਂ ਵਪਾਰੀ ਨੇ ਅਨਾਊਂਸਮੈਂਟ ਸੁਣੀ, ਉਹਨੇ ਆਪਣੀ ਥੈਲੀ ਕੱਢੀ, ਹੀਰੇ ਦੇਖੇ, ਉਹਨੇ ਕਿਹਾ ਗੱਲ ਤੇ ਇੰਨੇ ਹੀਰੇ ਮੇਰੇ ਕੋਲ ਨੇ, ਇਹੋ ਜਿਹੀ ਥੈਲੀ 'ਚ ਨੇ।
ਉਹਨੂੰ ਸਮਝ ਆ ਗਈ ਕਿਸੇ ਨੇ ਚਲਾਕੀ ਕੀਤੀ ਹੈ। ਜੇ ਮੈਂ ਜਾ ਕੇ ਲੈ ਕੇ ਹੀਰੇ ਜਾਵਾਂਗਾ ਵੀ ਤੇ ਮੁਕਦਮੇਬਾਜ਼ੀ ਹੋਏਗੀ, ਅਗਲਾ ਬੰਦਾ ਜਿਹੜਾ ਹੈਗਾ ਉਹਦੀ ਗੱਲ ਸੁਣੇਗਾ, ਮੇਰੀ ਸੁਣੇਗਾ, ਤੇ ਮੈਂ ਚੋਰ ਵੀ ਅਖਵਾਵਾਂਗਾ। ਕੀਤਾ ਕੀ ਜਾਏ, ਆਖਰਕਾਰ 2-3 ਅਨਾਊਂਸਮੈਂਟਸ ਹੋਰ ਹੋ ਗਈਆਂ। ਉਸ ਤੋਂ ਬਾਅਦ ਕੈਪਟਨ ਨੇ ਅਨਾਊਂਸ ਇਹ ਕੀਤਾ ਕਿ ਗੱਲ ਮੁੱਕਦੀ ਇੱਥੇ ਹੈ, ਆਪਾਂ ਹੁਣ ਹੋਰ ਅਨਾਊਂਸਮੈਂਟ ਨਹੀਂ ਕਰਾਂਗੇ, ਆਪਾਂ ਸਾਰੇ ਮੁਸਾਫਰਾਂ ਦੀ ਜਾਮੇ ਤਲਾਸ਼ੀ ਕਰਾਂਗੇ, ਸਾਰੇ ਕੈਬਿਨਸ ਦੀ ਤਲਾਸ਼ੀ ਕਰਾਂਗੇ A to Z। ਇਹ ਚਲਾਕ ਬੰਦਾ ਬੜਾ ਖੁਸ਼ ਹੈ, ਉਹਨੇ ਕਿ ਗੱਲ ਬਣ ਗਈ। ਹੁਣ ਹੀਰੇ ਪੱਕੇ ਆਪਣੇ ਨੇ। ਉਹ ਖੈਰ ਜਾਮੇ ਤਲਾਸ਼ੀ ਹੋ ਰਹੀ ਸਾਰਿਆਂ ਦੀ, ਉਹ ਵੀ ਨਾਲ ਲੱਗ ਕੇ ਜਿਹੜੇ ਜਹਾਜ਼ ਦਾ ਕਰੂ ਹੈਗਾ, ਜਿਹੜਾ ਸ਼ਿਪ ਦਾ ਕਰੂ ਹੈ, ਉਹਦੇ ਨਾਲ ਲੱਗਾ ਆ। ਅਖੀਰ ਕਰਦਿਆਂ ਕਰਦਿਆਂ ਉਸ ਵਪਾਰੀ ਦੇ ਕੈਬਨ ਦੀ ਵਾਰੀ ਵੀ ਆਈ। ਹੁਣ ਉਹ ਆਪ ਕੋਲ ਖਲੋ ਕੇ ਉਹਨੂੰ ਪਤਾ ਵੀ ਮੈਨੂੰ ਕਿੱਥੇ ਰੱਖੇ ਆ। ਉਹ ਸਾਰੀ ਜਗ੍ਹਾ ਲਭਾਉਂਦਾ ਪਰ ਲੱਭਦੇ ਨਹੀਂ। ਉਹਦੀ ਜਾਮੇ ਤਲਾਸ਼ੀ 2-3 ਵਾਰੀ ਕਰਾਉਂਦਾ, ਫਿਰ ਵੀ ਨਹੀਂ ਲੱਭਦੇ, ਨਹੀਂ ਲੱਭੇ। ਅਖੀਰ ਕੋਈ ਹੀਰਾ ਕਿਤੋਂ ਵੀ ਜਿਹੜਾ ਹੈਗਾ ਉਸ ਰੂਪ ਦੇ ਵਿੱਚ ਉਹ ਪ੍ਰਾਪਤ ਨਾ ਕਰ ਪਾਏ। ਤੇ ਜਦੋਂ ਕੋਈ ਵਸੂਲੀ ਨਹੀਂ ਹੋਈ ਇਸ ਤਰੀਕੇ ਦੀ, ਕੈਪਟਨ ਨੇ ਉਸ ਚਲਾਕ ਬੰਦੇ ਨੂੰ ਕਿਹਾ ਵੀ ਗੱਲ ਇਹ ਹੈ, ਮੇਰੇ ਜਹਾਜ਼ ਤੇ ਮੇਰੀ ਸ਼ਿਪ ਤੇ ਹੀਰੇ ਨਹੀਂ ਹੈਗੇ, ਤੂੰ ਕਿਤੇ ਹੋਰ ਗਵਾਏ ਨੇ, ਸੌਰੀ, ਤੂੰ ਜਿਹੜਾ ਆ ਭਾਈ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਇਹ ਗੱਲ ਸੁਣ ਕੇ ਉਹ ਬੜਾ ਆਪਣਾ ਜਿਹਾ ਮਨ ਮਨਾਲ ਲੈ ਕੇ ਵਾਪਸ ਆਪਣੇ ਕੈਬਨ ਵਿੱਚ ਜਾ ਰਿਹਾ। ਜਦੋਂ ਜਾ ਰਿਹਾ ਤੇ ਜਿਹੜਾ ਰਸਤੇ ਦੇ ਵਿੱਚ ਉਸੇ ਇੱਕ ਜਹਾਜ਼ ਦੇ 'ਚ ਇੱਕ ਜਗ੍ਹਾ ਬਣੀ ਹੈ ਜਿੱਥੇ ਕੰਟੀਨ ਕਹਿ ਲਓ, ਮੈਸ ਕਹਿ ਲਓ, ਜਿੱਥੇ ਸਾਰੇ ਛਕਦੇ ਛਕਾਉਂਦੇ ਨੇ। ਉਹ ਸ਼ਖਸ, ਉਹ ਵਪਾਰੀ ਹੀਰਿਆਂ ਦਾ ਜਿਹੜਾ ਅਸਲ ਵਿੱਚ ਵਪਾਰੀ ਹੈ, ਉੱਥੇ ਬੈਠਾ ਉਹ ਚਾਹ ਕੌਫੀ ਦੇ ਸਿਪ ਲੈ ਰਿਹਾ ਆਰਾਮ ਨਾਲ ਟੇਬਲ ਤੇ ਬੈਠਾ। ਉਹ ਜਦੋਂ ਜਿਹੜਾ ਚਲਾਕ ਬੰਦਾ, ਕਜਾਕ ਬੰਦਾ, ਉਹਦਾ ਗੁਆਂਢ ਦੀ ਕੈਬਨ 'ਚ ਰਹਿਣ ਵਾਲਾ, ਉਹ ਕੋਲ ਦੀ ਲੰਘਿਆ, ਦੋਨਾਂ ਦੀ ਨਜ਼ਰ ਮਿਲੀ ਤੇ ਹੀਰਿਆਂ ਦਾ ਵਪਾਰੀ ਸਮਾਈਲ ਕਰਦਾ। ਜਦੋਂ ਸਮਾਈਲ ਕਰਦਾ ਤੇ ਉਹਨੂੰ ਫਿਰ ਲੱਗਾ ਵੀ ਮੇਰੇ ਤੇ ਹੱਸ ਰਿਹਾ। ਖੈਰ ਉਹ ਫਿਰ ਉਹ ਰਹਿ ਨਾ ਸਕਿਆ, ਉਹ ਕੋਲ ਆ ਗਿਆ ਤੇ ਕੋਲ ਆ ਕੇ ਕਹਿੰਦਾ ਵੀ ਗੱਲ ਇਹ ਹੈ ਸੱਜਣਾ, ਮੈਂ ਆਪਣੇ ਆਪ ਨੂੰ ਬੜਾ ਚਲਾਕ ਸਮਝਦਾ। ਮੈਂ ਸੋਚਿਆ ਮੈਂ ਹੀਰਿਆਂ ਤੇ ਕੋ ਕਬਜ਼ਾ ਕਰ ਲਵਾਂਗਾ, ਪਰ ਤੂੰ ਤੇ ਮੇਰਾ ਤੋਂ ਵੀ ਉਸਤਾਦ ਨਿਕਲਿਆ। ਬੜੇ ਫਰੋਲਿਆ, ਤੈਨੂੰ ਵੀ ਫਰੋਲਿਆ, ਸਾਰਾ ਕੈਬਨ ਵੀ ਫਰੋਲਿਆ। ਆਖਰਕਾਰ ਹੀਰੇ ਗਏ ਤੇ ਗਏ ਕਿੱਥੇ, ਪਤਾ ਤੇ ਲੱਗੇ। ਉਹ ਕਹਿੰਦਾ ਸੱਜਣਾ ਗੱਲ ਇਹ ਹੈ, ਤੂੰ ਇੱਧਰ ਅਨਾਊਂਸਮੈਂਟ ਕਰਾਈ, ਉਧਰ ਮੈਂ ਸਮਝ ਗਿਆ ਕੋਈ ਚਲਾਕੀ ਨਾਲੇ ਕੰਮ ਕਰਨ ਲੱਗਾ ਆ। ਆਪਾਂ ਥੈਲੀ ਚੱਕ ਕੇ ਸਮੁੰਦਰ 'ਚ ਸੱਟਤੀ, ਰਾਈਟ ਹੋਏ। ਕਹਿੰਦਾ ਓ ਹੋ ਓਏ ਮੂਰਖ ਬੰਦੇ, ਆ ਕੀ ਕੀਤਾ, ਇੰਨੇ ਕੀਮਤੀ ਹੀਰੇ ਸਮੁੰਦਰ 'ਚ ਸੱਟ ਤੇ। ਕਹਿੰਦਾ ਹਾਂ ਸੱਟ ਤੇ। ਉਹ ਕਹਿੰਦਾ ਐਵੇਂ ਕਿਉਂ ਕੀਤਾ, ਉਹ ਅੱਧੇ ਕਰ ਲੈਂਦੇ, ਉਹ ਮੈਨੂੰ ਤੀਜਾ ਹਿੱਸਾ ਹੀ ਦੇ ਦਿੰਦਾ, ਪਰ ਘੱਟ ਤੋਂ ਘੱਟ ਇੰਨਾ ਨੁਕਸਾਨ ਤਾਂ ਨਾ ਕਰਦਾ। ਉਹ ਕਹਿੰਦਾ ਸੱਜਣਾ ਕੋਈ ਨੁਕਸਾਨ ਨਹੀਂ ਹੋਇਆ, ਹਕੀਕਤ ਹੈ ਉਹ ਹੀਰੇ ਅੱਜ ਵੀ ਮੇਰੇ ਸੀ, ਆਉਂਦੇ ਕੱਲ ਵੀ ਮੇਰੇ ਹੋਣਗੇ, ਮੈਂ ਹੋਰ ਕਮਾ ਲਵਾਂਗਾ, ਮੇਰੇ ਕੋਲ ਕਾਬਲੀਅਤ ਹੈ। ਪਰ ਤੇਰੇ ਵਰਗਾ ਬੰਦਾ ਜਿਹਦੇ ਕੋਲ ਕਾਬਲੀਅਤ ਕੋਈ ਨਹੀਂ ਗਈ, ਉਹਨਾਂ ਹੀਰਿਆਂ ਦਾ ਮਾਲਕ ਬੇਈਮਾਨੀ ਨਾਲ ਬਣਨਾ ਚਾਹੁੰਦਾ ਸੀਗਾ, ਨਹੀਂ ਬਣ ਸਕਦਾ। ਇਸ ਕਰਕੇ ਉਹ ਤੈਨੂੰ ਪ੍ਰਾਪਤ ਨਹੀਂ ਹੋ ਸਕਦੇ। ਹੁਣ ਇੱਥੇ ਅਮੋਲਕ ਚੀਜ਼ ਕੀ ਹੈ, ਹੀਰੇ ਨੇ? ਨਹੀਂ, ਅਮੋਲਕ ਚੀਜ਼ ਹੈ ਬੰਦੇ ਦੀ ਐਬਿਲਿਟੀ, ਅਮੋਲਕ ਚੀਜ਼ ਹੈ ਬੰਦੇ ਦਾ ਆਤਮ ਵਿਸ਼ਵਾਸ, ਅਮੋਲਕ ਚੀਜ਼ ਹੈ ਬੰਦੇ ਦੇ ਗੁਣ। ਨਾਮ ਇਹ ਹੈ ਜਿਹਨੂੰ ਸਾਹਿਬ ਜੀ ਬਾਣੀ ਜਿਸ ਤਰ੍ਹਾਂ ਪੜ੍ਹਦੇ ਆ ਨਾ, ਮੱਤ ਵਿੱਚ ਰਤਨ ਜਵਾਹਰ ਮਾਣਿਕ। ਹੁਣ ਮਾਣਿਕ ਕੀ ਹੈ? ਮੱਤ ਹੈ। ਮੱਤ ਉਹ ਜਿਹੜਾ ਗੁਰਮੱਤ ਹੈ, ਜਿਹੜੀ ਉੱਥੋਂ ਰਿਫਲੈਕਟ ਹੋ ਕੇ ਆ ਰਹੀ। ਬੰਦਾ ਅਮੀਰਾਂ ਤੋਂ ਅਮੀਰ ਵੀ ਹੋ ਜਾਏ, ਪਰ ਜੇ ਜ਼ਿੰਦਗੀ ਵਕਾਰਾਂ 'ਚ ਖੰਚਤ ਹੋ ਗਈ, ਕੀ ਪੱਲੇ ਪਏਗਾ? ਬੜੇ ਲੋਕ ਨੇ ਇਹੋ ਜਿਹੇ। ਇੱਥੇ ਸਾਹਿਬ ਨੇ ਬਾਤ ਕੀਤੀ, ਕਹਿਣ ਲੱਗੇ ਜਦੋਂ ਅੰਤ ਨਾ ਕਾਹੂ ਡੋਲੇ ਰਾਮ, ਫਿਰ ਜੈਸੇ ਮਰਜੀ ਹਾਲਾਤ ਹੁਣ ਮਨ ਡੋਲਦਾ ਨਹੀਂਗਾ, ਮਨ ਵਿਸ਼ਵਾਸੀ ਹੁੰਦਾ। ਅਗਲਾ ਬਚਨ ਆ, ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ ਰਾਮ। ਹੇ ਨਾਨਕ ਕਹਿ ਇਹ ਸੱਚ ਦੀ ਬਾਣੀ ਬੋਲ, ਇਹ ਸੱਚ ਦਾ ਉਪਦੇਸ਼ ਦੇ। ਮਨ ਚਿੰਦੜਾ ਫਲ ਪਾਇਆ, ਜੋ ਮਨ ਨੇ ਚਾਹਿਆ ਉਹ ਫਲ ਪ੍ਰਾਪਤ ਕੀਤਾ। ਹਰ ਪ੍ਰਭ ਗੁਣ, ਹਰੀ ਪ੍ਰਭੂ ਦੇ ਗੁਣ ਜਿਹੜੇ ਨੇ, ਹਰੀ ਪ੍ਰਭੂ ਦਾ ਜਿਹੜਾ ਗੁਣਗਾਨ ਆ, ਜਦੋਂ ਸੁਰਤ ਉਹਦੇ ਗੁਣਗਾਨ ਦੇ ਉਸ ਅਹਿਸਾਸ ਵਿੱਚ ਜੀਣ ਲੱਗ ਜਾਏਗੀ, ਬਾਬਾ ਜੀ ਕਹਿੰਦੇ ਜੀਵਨ ਵਿੱਚ ਕੋਈ ਖਾਮੀ ਕਮੀ ਰਹਿ ਨਾ ਜਾਏਗੀ। ਜੋ ਮਨ ਦੇ ਵਲਵਲੇ ਹੋਣਗੇ ਉਹ ਬੜੇ ਸੁਚਮਤਾ ਦੇ ਵਿੱਚ ਤੇ ਸਚਿਆਰਤਾ ਦੇ ਨਾਲ ਆਉਣਗੇ, ਰੀਅਲਿਸਟਿਕ ਗਰਾਊਂਡ ਤੇ ਹੋਣਗੇ। ਉਹਨਾਂ ਨੂੰ ਫਲੀਭੂਤ ਕਰਤਾਰ ਦੀ ਕੁਦਰਤ ਆਪ ਕਰੇਗੀ। ਇਸ ਕਿਸਮ ਦੇ ਮਾਨਕ ਬਚਨ ਮਹਾਰਾਜ ਨੇ ਸਾਡੀ ਝੋਲੀ ਪਾਏ ਨੇ, ਸਾਡੇ ਦਾਮਨ ਪਾਏ ਨੇ, ਜਿਨ੍ਹਾਂ ਦੀ ਵਿਚਾਰ ਅਸੀਂ ਇਸ ਰੂਪ ਵਿੱਚ ਪ੍ਰਾਪਤ ਕੀਤੀ ਹੈ। ਸਾਹਿਬ ਰਹਿਮਤ ਮਿਹਰਾਮਤ ਕਰਨ, ਇਹਨਾਂ ਬਚਨਾਂ ਦਾ ਸੰਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ।
ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਇੱਥੇ ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।